ਸੇਵੀਆ ਅਹਨਿ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਮਹੱਲਾ ਨਾਵਾ। ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਿਸ ਭਾਗੋ। ਸਾਧੋ ਮਨ ਕਾ ਮਾਨ ਤਿਆਗੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸਲ ਕਰੁਣਾ ਨਿਦਾਨ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਮਰਜ਼ਾਦਾ ਦੇ ਅਨੁਸਾਰ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾਂ ਦੇ ਮਹਾਵਾਕਾਂ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਬਖਸ਼ ਕਿਰਪਾ ਰਹਿਮਤ ਵਰਤ ਰਹੀ ਹੈ ਜੋ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੇ ਪ੍ਰਮਾਨ ਹਨ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਪ੍ਰਾਪਤ ਹੋ ਜਾਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਜਾਣਾ ਸਾਧ ਸੰਗਤ ਜੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦਾ ਹੈ। ਤੇ ਫਿਰ ਆਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਸਰਵਣ ਕਰਨਾ ਤੇ ਨਾਲ ਬੋਲਣਾ। ਤੇ ਮਹਾਰਾਜ ਕਹਿੰਦੇ ਨੇ ਕੋਟ ਭਲਾ ਦਰਸ਼ਨ ਗੁਰ ਡੀਠੇ ਆ ਜਿੱਥੇ ਕਹਿੰਦੇ ਕਈ ਕੋਟਕ ਜਗ ਭਲਾ ਸੁਣ ਗਾਵਣ ਹਾਰੇ ਰਾਮ। ਜਿਹੜੇ ਸੁਣਦੇ ਨੇ ਤੇ ਗਾਉਂਦੇ ਨੇ ਕਰੋੜਾਂ ਜੱਗਾਂ ਦਾ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋ ਰਹੀ ਹੈ। ਸੋ ਸਾਧ ਸੰਗਤ ਜੀ ਇਸ ਸਮੇਂ ਦੇ ਵਿੱਚ 2021 ਦੇ ਵਿੱਚ ਆਪਾਂ ਰਲ ਮਿਲ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਪਾਵਨ ਪਵਿੱਤਰ 400 ਸਾਲਾ ਅਵਤਾਰ ਗੁਰਪੁਰਬ ਸੰਸਾਰ ਭਰ ਦੇ ਵਿੱਚ ਬਹੁਤ ਹੀ ਸ਼ਰਧਾ ਪ੍ਰੇਮ ਦੇ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਗੁਰਮੁਖਾਂ ਦੀ ਪ੍ਰੇਰਣਾ ਸਦਕਾ ਸਤਿਗੁਰੂ ਜੀ ਦੀ ਕਿਰਪਾ ਸਦਕਾ ਸੋ ਸਾਧ ਸੰਗਤ ਜੀ ਆਪਾਂ ਯਤਨ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰਾਂ ਕਰਨ ਦੀ। ਜਿਸ ਤਰ੍ਹਾਂ ਮਹਾਂਪੁਰਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਵਰੋਸਾਇਆ ਹੋਇਆਂ ਨੇ ਅੱਗੇ ਦੀ ਅੱਗੇ ਪੜ੍ਹਾ ਕਰਕੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸੋਝੀ ਸਾਨੂੰ ਬਖਸ਼ਿਸ਼ ਕੀਤੀ। ਉਹਦੇ ਅਨੁਸਾਰ
ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਦਰਸ਼ਨ ਕਰਨੇ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 59 ਸ਼ਬਦ ਉਚਾਰਨ ਕੀਤੇ ਹਨ ਅਤੇ 57 ਸ਼ਲੋਕ ਜਿਨ੍ਹਾਂ ਨੂੰ ਭੋਗ ਦੇ ਸ਼ਲੋਕ ਕਿਹਾ ਜਾਂਦਾ, ਆਪਾਂ ਭੋਗ ਦੇ ਸਮੇਂ ਸਰਵਣ ਕਰਦੇ ਹਾਂ, ਜਿਨ੍ਹਾਂ ਦੇ ਵਿੱਚੋਂ ਇੱਕ ਸ਼ਲੋਕ ਧੰਨ ਧੰਨ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਵੀ ਉਚਾਰਨ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ 1621 ਦੇ ਵਿੱਚ ਹੁੰਦਾ ਹੈ। ਗੁਰੂ ਕੇ ਮਹਿਲ ਅਸਥਾਨ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ, ਮਾਤਾ ਨਾਨਕੀ ਜੀ ਦੇ ਘਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੜਾ ਪ੍ਰੇਮ ਪਿਆਰ ਕਰਦੇ ਹਨ। ਜਿੱਥੇ ਵੀ ਜਦੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਉਂਦੇ ਨੇ ਦਰਬਾਰ ਦੇ ਵਿੱਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਬਰਾਬਰ ਤੇ ਕਈ ਵਾਰ ਸਿੰਘਾਸਣ ਤੇ ਬਿਠਾ ਲੈਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਾਤਾ ਨਾਨਕੀ ਜੀ ਵੀ ਕਈ ਵਾਰ ਪੁੱਛਦੇ, ਕਹਿੰਦੇ ਸਤਿਗੁਰੂ ਜੀ ਆਪ ਜੀ ਦੀ ਸਮਝ ਨਹੀਂ ਆਉਂਦੀ, ਬਾਬਾ ਗੁਰਦਿੱਤਾ ਜੀ ਬੜਾ ਕੰਮ ਕਾਜ ਸੰਭਾਲਦੇ ਆ, ਸੰਗਤਾਂ ਦੀ ਵੀ ਸੇਵਾ ਕਰਦੇ, ਹੋਰ ਵੀ ਕਾਰੋਬਾਰ ਕਰਦੇ ਆ, ਬਾਬਾ ਸੂਰਜਮਲ ਜੀ ਵੀ ਕਰਦੇ ਆ, ਪਰ ਆਪ ਜੀ ਵਿਸ਼ੇਸ਼ ਕਰਕੇ ਇਹ ਛੋਟੇ ਸਾਹਿਬਜ਼ਾਦੇ ਨੂੰ ਬੜਾ ਪ੍ਰੇਮ ਪਿਆਰ ਕਰਦੇ ਜੀ, ਕਾਰਨ ਕੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾ ਹੀ ਪੁੱਛੋ, ਪਰ ਜੇ ਤੁਸੀਂ ਪੁੱਛ ਹੀ ਲਿਆ ਹੈ ਤੇ ਫਿਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਬੜਾ ਫੈਲਾਉਣਗੇ। ਇਹ ਤਿਆਗ ਦੀ ਮੂਰਤ ਹੋਣਗੇ, ਇਹ ਐਸੇ ਹੋਣਗੇ ਜਿਹੜੇ ਧਰਮ ਦੀ ਚਾਦਰ ਬਣਨਗੇ। ਇਹ ਜਿਹੜੀ ਜੜ ਜ਼ੁਲਮ ਦੀ ਨੂੰ ਇਹ ਪੁੱਟ ਦੇਣਗੇ। ਇਹਨਾਂ ਦੇ ਘਰ ਦੇ ਵਿੱਚ ਇੱਕ ਐਸਾ ਮਹਾਬਲੀ ਯੋਧਾ ਪੈਦਾ ਹੋਏਗਾ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਸਾਰੇ ਪਾਸੇ ਜੈ ਜੈਕਾਰ ਕਰਾਏਗਾ। ਇੱਕ ਸੰਸਾਰ ਦੇ ਅੰਦਰ ਨਵਾਂ ਕੀਰਤੀਮਾਨ ਬਣਾਏਗਾ, ਨਵੀਂ ਬਖਸ਼ਿਸ਼ ਕਰੇਗਾ। ਸੋ ਐਸੇ ਬਖਸ਼ਿਸ਼ ਭਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਚਨ ਕਰਦੇ, ਸੰਗਤਾਂ ਦੇ ਵਿੱਚ ਫਿਰ ਇਹ ਗੱਲਾਂ ਤੁਰ ਪੈਂਦੀਆਂ ਕਿ ਹਾਂ, ਜਿਹੜੀ ਮੁਗਲਾਂ ਦੀ ਜੜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਿਲਾ ਦਿੱਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀ ਜੜ ਨੂੰ ਉਖੇੜਨਾ ਸ਼ੁਰੂ ਕਰ ਦਿੱਤਾ, ਗੁਰੂ ਅਰਜਨ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਖਾੜ ਦੇਣਗੇ ਉਸ ਨੂੰ। ਤੇ ਸਾਧ ਸੰਗਤ ਜੀ ਵਾਕਿਆ ਉਖੜ ਵੀ ਗਈ। ਸਤਿਗੁਰੂ ਜੀ ਦਾ ਅਵਤਾਰ ਹੋਇਆ 1621 ਨੂੰ, ਸ਼ਹੀਦੀ ਹੋਈ ਹੈ 1675 ਨੂੰ। ਸਤਿਗੁਰੂ ਜੀ ਦੀ ਕੁੱਲ ਆਯੂ ਹੋਈ ਹੈ 53 ਸਾਲ 7 ਮਹੀਨੇ 5 ਦਿਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਦੋਂ ਸ਼ਹੀਦੀ ਹੋਈ ਹੈ ਨਾ, ਉਸ ਤੋਂ ਬਾਅਦ ਔਰੰਗਜ਼ੇਬ ਦਿੱਲੀ ਦੇ ਵਿੱਚ ਸੌ ਨਹੀਂ ਸਕਿਆ। ਜਦੋਂ ਵੀ ਸੌਂਦਾ ਸੀ ਉਹਨੂੰ ਮੰਜੇ ਤੋਂ ਉਲਟਾ ਕੇ ਕੋਈ ਸੁੱਟ ਦਿੰਦਾ ਸੀ। ਉਹਦੇ ਪਿੰਡੇ ਦੇ ਵਿੱਚ ਸ਼ਮਕਾਂ ਮਾਰੀਆਂ ਜਾਂਦੀਆਂ ਸਨ। ਬੜਾ ਲਾਚਾਰ ਹੋਇਆ, ਉਹਨੇ ਵੱਡੇ ਆਪਣੇ ਪੀਰ ਪੈਗੰਬਰ ਬੁਲਾਏ, ਬੜੇ ਉਹਨਾਂ ਕੋਲੋਂ ਆਪਣੇ ਚਲੀਸੇ ਕਰਵਾਏ, ਪਰ ਨਹੀਂ ਕੋਈ ਪੇਸ਼ ਜਾਂਦੀ। ਹਾਰ ਕੇ ਫਿਰ ਬਹਾਨਾ ਜਿਹਾ ਬਣਾ ਕੇ ਫਿਰ ਦੱਖਣ ਵੱਲ ਨੂੰ ਚਲਾ ਗਿਆ ਸੀ ਕਿ ਮੈਂ ਉੱਥੇ ਸਾਜ਼ਿਸ਼ ਨੂੰ ਦਬਾਉਣ ਚੱਲਿਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੜ ਨੂੰ ਉਖੇੜਿਆ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੈਰਾਗ ਦੀ ਮੂਰਤ, ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਸੰਸਾਰ ਭਰ ਦੀ ਲੋਕਾਈ ਨੂੰ ਦੱਸਿਆ ਕਿ ਭਾਈ ਡੀ ਅਟੈਚਮੈਂਟ ਕਿਵੇਂ ਕਰਨੀ ਆ, ਇਸ ਸੰਸਾਰ ਤੋਂ ਤਰਨਾ ਕਿਵੇਂ ਆ, ਕਿਹੜੇ ਪ੍ਰੈਕਟੀਕਲ ਤੁਹਾਨੂੰ ਕਰਨੇ ਪੈਣਗੇ ਤੇ ਕਿਵੇਂ ਉਹਨਾਂ ਤੋਂ ਤੁਹਾਡੀ ਅਵਸਥਾ ਅੱਗੇ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 1644 ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਉਹਨਾਂ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਉਂਦੇ ਨੇ। 1661 ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਗਤਾਂ ਨੂੰ ਉਤਾਰਦੇ ਨੇ। ਉਹਨਾਂ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 1664 ਦੇ ਵਿੱਚ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ ਦਿੱਲੀ ਦੇ ਵਿੱਚ। ਉੱਥੋਂ ਧਿਆਨ ਦੇ ਨਾਲ ਗੁਰਤਾ ਗੱਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਕਰ ਜਾਂਦੇ ਨੇ। ਕਿਉਂਕਿ ਮਾਤਾ ਨਾਨਕੀ ਜੀ ਨੇ ਪੁੱਛਿਆ ਸੀ ਨਾ, ਜਦੋਂ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਦਿੱਤੀ, ਕਹਿੰਦੇ ਮੇਰਾ ਛੋਟਾ ਪੁੱਤਰ ਤੇ ਬਹੁਤ ਸਿੱਧਾ ਸਾਦਾ ਹੈ ਮਹਾਰਾਜ, ਆਪ ਜੀ ਇਹਦੇ ਤੇ ਵੀ ਕੋਈ ਬਖਸ਼ਿਸ਼ ਕਰ ਦੇ। ਅਸੀਂ ਤਾਂ ਸੋਚ ਰਹੇ ਸੀ ਆਪ ਜੀ ਇਹਤੇ ਬਖਸ਼ਿਸ਼ ਕਰੋਗੇ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਇਹਨਾਂ ਤੇ ਵੀ ਬਖਸ਼ਿਸ਼ ਹੋਏਗੀ, ਸਮਾਂ ਆਏਗਾ ਉਦੋਂ ਇਹਨਾਂ ਤੇ ਵੀ ਬਖਸ਼ਿਸ਼ ਹੋਏਗੀ। ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲੋਂ ਇੱਕ ਗੁਟਕਾ ਸਾਹਿਬ, ਇੱਕ ਰੁਮਾਲ ਤੇ ਇੱਕ ਕਟਾਰ ਦੇ ਕੇ ਕਹਿ ਦਿੱਤਾ ਸੀ ਕਿ ਬਾਬਾ ਬਕਾਲਾ ਸਾਹਿਬ ਵਿਖੇ ਚਲੇ ਜਾਓ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਨਕੇ ਵੀ ਉੱਥੇ ਸਨ। ਗੁਰੂ ਸਾਹਿਬ ਜੀ ਨੇ ਆਣ ਕਰਕੇ ਸਾਧ ਸੰਗਤ ਜੀ ਇੱਥੇ ਬਹੁਤ ਭਾਰੀ ਸਤਿਗੁਰੂ ਜੀ ਨੇ ਤਪੱਸਿਆ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜੰਗਲ ਦੇ ਵਿੱਚ ਚਲਾ ਜਾਇਆ ਕਰਦੇ, ਉੱਥੇ ਜਾ ਕਰਕੇ ਸਮਾਧੀ ਲਾ ਕੇ ਤਪੱਸਿਆ ਕਰਿਆ ਕਰਦੇ। ਮਾਤਾ ਨਾਨਕੀ ਜੀ ਨੇ ਵੇਖਿਆ, ਕਹਿੰਦੇ ਸਾਹਿਬਜ਼ਾਦਾ ਜੀ, ਪੁੱਤਰ ਜੀ, ਮੈਨੂੰ ਬੜਾ ਡਰ ਲੱਗਦਾ ਹੈ ਜੰਗਲ ਦੇ ਵਿੱਚ ਆਪ ਜੀ ਜਾਂਦੇ ਜੇ, ਤੇ ਬੜੇ ਵੈਰੀ ਨੇ ਗੁਰੂ ਘਰ ਦੇ, ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ, ਮਾਤਾ ਜੀ ਕੀ ਹੁਕਮ ਹੈ? ਕਹਿੰਦੇ ਘਰੇ ਹੀ ਤੁਸੀਂ ਤਪੱਸਿਆ ਕਰਿਆ ਕਰੋ, ਇੱਥੇ ਹੀ। ਫਿਰ ਸਾਧ ਸੰਗਤ ਜੀ ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘਰੇ ਹੀ ਉਸ ਅਸਥਾਨ ਤੇ ਜਿੱਥੇ ਆਪਾਂ ਭੋਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਭੋਰਾ ਸਾਹਿਬ ਦੇ ਵਿੱਚ ਬੈਠ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੰਦਗੀ ਆਰੰਭ ਕੀਤੀ। ਸਮਾਂ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਧਿਆਨ ਦੇ ਦੁਆਰਾ ਬਖਸ਼ਿਸ਼ ਕੀਤੀ ਤੇ ਮਰਜ਼ਾਦਾ ਨਿਭਾਉਣ ਵਾਸਤੇ ਬਾਬਾ ਗੁਰਦਿੱਤਾ ਜੀ ਹੋਏ ਨੇ। ਜਿਹੜੇ ਇੱਕ ਤਾਂ ਬਾਬਾ ਗੁਰਦਿੱਤਾ ਜੀ ਨੇ ਵੱਡੇ ਭਰਾਤਾ ਜੀ, ਉਹ ਨੇ, ਇੱਕ ਬਾਬਾ ਗੁਰਦਿੱਤਾ ਜੀ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ। ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕਰਕੇ, ਸੋ ਨਾਰੀਅਲ ਦੇ ਕਰਕੇ, 5 ਪੈਸੇ ਹੋਰ ਸਮਾਨ ਜਿਹੜਾ ਗੁਰਤਾ ਗੱਦੀ ਦਾ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਭੇਜ ਦਿੱਤਾ ਸੀ। ਉਹਨਾਂ ਨੇ ਆਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ, ਸਾਰਾ ਕੁਝ ਗੁਰਤਾ ਗੱਦੀ ਦੀ ਮਰਿਆਦਾ ਕੀਤੀ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਅਸੀਂ ਹਜੇ ਗੁਪਤ ਰਹਿਣਾ ਚਾਹੁੰਦੇ ਹਾਂ, ਸਾਨੂੰ ਪ੍ਰਗਟ ਨਾ ਕਰਿਓ। ਫਿਰ ਘਟਨਾ ਹੁੰਦੀ ਹੈ, ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਉਹਨਾਂ ਦਾ ਜਹਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਅਰਦਾਸ ਸੁਣਦੇ ਹਨ, ਜਹਾਜ਼ ਬੰਨੇ ਲੱਗਦਾ ਹੈ। ਆਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਕਰਨਾ ਚਾਹੁੰਦੇ ਹਨ। 22 ਮੰਜੀਆਂ ਲੱਗੀਆਂ ਹੋਈਆਂ ਹੈ, ਪਰਖ ਕਰਦੇ, ਜਿਸ ਤਰ੍ਹਾਂ ਸਾਰੇ ਆਪ ਜੀ ਸਾਖੀ ਜਾਣਦੇ ਜੇ 2-2 ਮੋਹਰਾਂ ਸਾਰਿਆਂ ਨੂੰ ਟੇਕੀ ਜਾਂਦੇ ਆ, ਪਰ ਕੋਈ ਨਹੀਂ ਸੁਣਦਾ। ਅਖੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਜਾਂਦੇ, 2 ਮੋਹਰਾਂ ਰੱਖ ਕੇ ਮੱਥਾ ਟੇਕਦੇ ਆ। ਤੇ ਜਦੋਂ ਉੱਥੋਂ ਵੀ ਗੁਰੂ ਸਾਹਿਬ ਜੀ ਚੁੱਪ ਹੀ ਰਹਿੰਦੇ ਆ। ਮਹਾਂਪੁਰਖ ਸੁਣਾਉਂਦੇ, ਕਹਿੰਦੇ ਉਹ ਚੁੱਪ ਹੀ ਰਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਚੁੱਪ ਰਹੇ। ਤੇ ਜਦੋਂ ਇਹ ਪਿੱਛੇ ਹਟਿਆ, ਮੱਖਣ ਸ਼ਾਹ ਲੁਬਾਣਾ ਦੇ ਮਨ ਦੇ ਵਿੱਚ ਆਇਆ ਵੀ ਗੁਰੂ ਤਾਂ ਮੈਨੂੰ ਲੱਭਾ ਹੀ ਨਹੀਂ, ਮੇਰੇ ਤਾਂ ਬੜੇ ਭਾਗ ਮਾੜੇ ਹਨ, ਮੈਨੂੰ ਗੁਰੂ ਦੀ ਨਹੀਂ ਪ੍ਰਾਪਤੀ ਹੋ ਰਹੀ, ਮੈਨੂੰ ਗੁਰੂ ਸਾਹਿਬ ਨਹੀਂ ਲੱਭ ਰਹੇ, ਤਾਂ ਮੈਨੂੰ ਤਾਂ ਫਿਰ ਮਾਰ ਹੀ ਜਾਣਾ ਚਾਹੀਦਾ ਹੈ, ਡੁੱਬ ਹੀ ਜਾਣਾ ਚਾਹੀਦਾ ਹੈ। ਸੋ ਇੱਦਾਂ ਮਨ ਦੇ ਵਿੱਚ ਇਹਨੇ ਖਿਆਲ ਲਿਆਂਦਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਮਾਰੀ, ਕਹਿੰਦੇ ਭਲਿਆ ਲੋਕਾ ਉਰੇ ਆ ਜਾ। ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਭਾਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਮਾਇਆ ਦੀ ਕੋਈ ਲੋੜ ਨਹੀਂ, ਕੋਈ ਕਿਸੇ ਤਰ੍ਹਾਂ ਦੇ ਨਾਲ ਸੋ ਮਾਇਆ ਦਾ ਕੋਈ ਲਾਲਚ ਨਹੀਂ, ਪਰ ਜੋ ਬਚਨ ਕਰੀਏ ਉਹ ਤੇ ਪੂਰਾ ਉਤਰਨਾ ਚਾਹੀਦਾ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕਿਹਾ, ਬਚਨ ਕਰੇ ਤੇ ਕਿਸਕਨ ਜਾਏ, ਸੋਈ ਨਰ ਕੱਚਾ। ਮਹਾਰਾਜ ਕਹਿੰਦੇ, ਭਾਈ 500 ਮੋਹਰ ਸੁਖੀ ਸੀ ਨਾ ਤੂੰ, ਤੇ ਨਾਲੇ ਕਿਹਾ ਸੀ ਮੈਂ ਦਸਵੰਧ ਭੇਟਾ ਕਰਾਂਗਾ, ਹੁਣ 2 ਮੋਹਰਾਂ ਕਰਕੇ ਰੱਖ ਕੇ ਚੱਲਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਤਿਹਾਸ ਵਿੱਚ ਲਿਖਿਆ, ਆਪਣਾ ਮੋਢਾ ਵੀ ਵਿਖਾਇਆ ਕਿ ਆ ਵੇਖ। ਤੇ ਸਾਧ ਸੰਗਤ ਜੀ, ਜਦੋਂ ਕਿਸੇ ਦੀ ਆਸ ਮੁਰਾਦ ਪੂਰੀ ਹੋ ਜਾਏ, ਇੰਨਾ ਨਿਰਾਸ਼ਾ ਦੇ ਵਿੱਚ ਕੋਈ ਗਿਆ ਹੋਵੇ ਕਿ ਆਤਮ ਹੱਤਿਆ ਕਰਨ ਲੱਗਾ ਹੋਵੇ, ਤੇ ਉਹਨੂੰ ਆਸ ਦੀ ਕਰਨ ਲੱਗ ਜਾਏ, ਪਤਾ
ਕਿੰਨੀ ਕੁ ਖੁਸ਼ੀ ਉਸ ਸਮੇਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ ਹੋਈ ਹੋਏਗੀ, ਕੋਈ ਸ਼ਬਦਾਂ ਦੇ ਵਿੱਚ ਆਪਾਂ ਕਹਿ ਨਹੀਂ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਬਚਨ ਕੀਤੇ, ਭਾਈ ਮੱਖਣ ਸ਼ਾਹ ਲੁਬਾਣਾ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟਾਂ ਕੀਤੀਆਂ, ਵਸਤੂਆਂ ਮੋਹਰਾਂ ਭੇਟਾਂ ਕੀਤੀਆਂ, ਪੱਲਾ ਲੈ ਕਰਕੇ ਕੋਠੇ ਤੇ ਚੜ੍ਹ ਕੇ ਕਹਿ ਦਿੱਤਾ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਸੱਚਾ ਗੁਰੂ ਲੱਭ ਪਿਆ, ਸੱਚਾ ਗੁਰੂ ਲੱਭ ਪਿਆ। ਹੋਰ ਵੀ ਉੱਥੇ ਬਹੁਤ ਸਾਰੀਆਂ ਸੰਗਤਾਂ ਸਨ ਜਿਹੜੀਆਂ ਸਤਿਗੁਰੂ ਜੀ ਦੀ ਭਾਲ ਦੇ ਵਿੱਚ ਸਨ। ਸਾਰਿਆਂ ਨੇ ਇਕੱਠਿਆਂ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਨਵੇਂ ਬਸਤਰ ਪਵਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੰਘਾਸਨ ਤੇ ਸਜੇ ਹਨ। ਤੇ ਜਦੋਂ ਸਾਧ ਸੰਗਤ ਜੀ ਸਿੰਘਾਸਨ ਤੇ ਸਜੇ ਹੈ ਤੇ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਉਦੋਂ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਤੇ ਉਥਾਨਕਾ ਦੇ ਵਿੱਚ ਤੇ ਹੋਰ ਵੀ ਲਿਖਿਆ ਹੈ ਕਿ ਜਿਸ ਤਰ੍ਹਾਂ ਕੋਈ ਸਾਧੂ ਆਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ, ਉਹਨਾਂ ਨੇ ਆਣ ਕਰਕੇ ਕੋਈ ਬਚਨ ਕੀਤੇ, ਉਹਨਾਂ ਦੇ ਪ੍ਰਥਾਏ ਸਤਿਗੁਰੂ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। ਪਰ ਇਹ ਗੌੜੀ ਰਾਗ ਦੇ ਜਿਹੜੇ ਸ਼ਬਦ ਹਨ ਸਾਧ ਸੰਗਤ ਜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਵਿੱਚ ਪਹਿਲੇ ਦਿਨ ਪ੍ਰਗਟ ਹੋ ਕਰਕੇ ਇਹ ਪਾਵਨ ਪਵਿੱਤਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਆਪਾਂ ਸਰਵਣ ਕਰਨਾ ਕਰੀਏ। ਤੇ ਜਿੱਥੇ ਸਾਧ ਸੰਗਤ ਦੀ ਵਿਚਾਰ ਦੀ ਗੱਲ ਹੈ, ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਚਾਰ ਤਾਂ ਅਸਲੀ ਜਿਹੜੀ ਆ ਉਹਨੂੰ ਤੇ ਆਪ ਹੀ ਜਾਣਦੇ ਆ। ਬਾਕੀ ਜਿਹੜੀ ਮਹਾਂਪੁਰਖਾਂ ਦੁਆਰਾ ਅੱਗੇ ਦੀ ਅੱਗੇ ਜਿਨ੍ਹਾਂ ਨੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਖੀ, ਜਿਹੜੀ ਅੱਖਾਂ ਨਾਲ ਵੇਖਦੇ ਨੇ ਉਹ ਗੱਲਾਂ ਕਰਦੇ ਨੇ। ਜਿਸ ਤਰ੍ਹਾਂ ਮਹਾਂਪੁਰਖਾਂ ਦੁਆਰਾ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੁਆਰਾ ਸੀਨੇ ਬਸੀਨੇ ਆਪਾਂ ਨੂੰ ਅਰਥ ਪ੍ਰਾਪਤ ਹੋਏ ਹਨ, ਉਹਨਾਂ ਦੇ ਅਰਥਾਂ ਦੇ ਆਪਾਂ ਵਿਚਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ, ਕਿਵੇਂ ਕਿਵੇਂ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ ਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦਾ ਧਿਆਨ ਧਰਦੇ ਹੋਏ ਆਖੀਏ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਸਭ ਤੋਂ ਪਹਿਲਾਂ ਇੱਕ ਓੰਕਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇੱਕ ਜਿਹੜਾ ਹੈ ਅੰਕਾਂ ਦੇ ਵਿੱਚ ਲਿਖਿਆ ਹੋਇਆ, ਭਾਵ ਕਿ ਨੰਬਰ ਦੇ ਵਿੱਚ ਲਿਖਿਆ ਹੋਇਆ। ਅੱਗੇ ਹੈ ਓੰਕਾਰ। ਤਿੰਨ ਤਰ੍ਹਾਂ ਦੀ ਸਾਧ ਸੰਗਤ ਦੀ ਵਿਦਿਆ ਮੰਨੀ ਜਾਂਦੀ ਹੈ, ਜਿਹਦੇ ਵਿੱਚ ਜਿਹੜੀ ਅੰਕਾਂ ਵਾਲੀ ਨੰਬਰ ਵਿਦਿਆ ਜਿਹੜੀ ਹੈ ਇਹ ਵੀ ਸੰਪੂਰਨ ਵਿਦਿਆ ਇੱਕ ਮੰਨੀ ਜਾਂਦੀ ਹੈ। ਭਾਰਤ ਵਰਸ਼ ਦੇ ਵਿੱਚ ਵੀ 1 ਤੋਂ ਲੈ ਕਰਕੇ 9, 0 ਤੋਂ ਲੈ ਕਰਕੇ ਇਸੇ ਪ੍ਰਕਾਰ ਦੇ ਨਾਲ 9 ਤੱਕ ਦੀ ਗਿਣਤੀ ਜਿਹੜੀ ਸੀ ਉਹ ਰੱਖੀ ਗਈ ਸੀ। ਭਾਰਤ ਨੂੰ ਕੋਈ ਨਹੀਂ ਸੀ ਪਤਾ ਕਿ ਅਮਰੀਕਾ ਵੀ ਕੋਈ ਦੇਸ਼ ਹੈ। ਇਹ ਕੋਲੰਬਸ ਵਗੈਰਾ ਨੇ, ਵਾਸਕੋ ਡੀ ਗਾਮਾ ਵਗੈਰਾ ਨੇ, ਉਹਨਾਂ ਨੇ ਫਿਰ ਇਹਨਾਂ ਦਾ ਲਿੰਕ ਆਪਸ ਵਿੱਚ ਕਰਾਇਆ। ਪਰ ਜਦੋਂ ਇਹ ਦੋਨੇ ਪੱਛਮ ਤੇ ਪੂਰਬ ਜੁੜੇ ਨੇ, ਉਧਰ ਵੀ ਗਿਣਤੀ 9 ਤੱਕ ਹੀ ਹੈ ਤੇ ਉਧਰ ਵੀ ਗਿਣਤੀ 9 ਤੱਕ ਹੀ ਹੈ, ਦੋਨਾਂ ਦੀ ਗਿਣਤੀ ਇੱਕੋ ਜਿਹੀ। ਸੋ ਇਹਨੂੰ ਨੰਬਰਿੰਗ ਦੀ ਜਿਹੜੀ ਵਿਦਿਆ, ਇਹਨੂੰ ਇੱਕ ਸੰਪੂਰਨ ਵਿਦਿਆ ਮੰਨਿਆ ਜਾਂਦਾ ਹੈ। ਦੂਸਰੀ ਵਿਦਿਆ ਸਾਧ ਸੰਗਤ ਜੀ ਜਿਹੜੀ ਹੈ ਭਾਸ਼ਾ ਦੀ ਵਿਦਿਆ, ਜਿਹਨੂੰ ਲਿਪੀ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਆਪਾਂ ਦਰਸ਼ਨ ਕਰਦੇ ਹਾਂ। ਤੀਸਰੀ ਸਾਧ ਸੰਗਤ ਜੀ ਇੱਕ ਵਿਦਿਆ ਹੁੰਦੀ ਹੈ ਇਸ਼ਾਰਿਆਂ ਦੀ, ਜਿਹਦੇ ਵਿੱਚ ਇਸ਼ਾਰੇ ਕੀਤੇ ਹੁੰਦੇ ਆ। ਸਾਈਨ ਦੀ ਵਿਦਿਆ, ਜਿਹਨੂੰ ਸਾਈਨ ਲੈਂਗੁਏਜ ਆਪਾਂ ਕਹਿੰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰਸਿੱਖਾਂ ਦੀ ਝੋਲੀ ਦੇ ਅੰਦਰ ਤਿੰਨੇ ਵਿਦਿਆ ਜਿਹੜੀਆਂ ਪਾ ਦਿੱਤੀਆਂ ਇੱਕੇ ਹੀ ਲਫ਼ਜ਼ ਦੇ ਅੰਦਰ। ਇੱਕ ਓੰਕਾਰ ਜਦੋਂ ਆਪਾਂ ਕਹਿੰਦੇ ਆ, ਨਾਲ ਹੀ ਜਿਹੜੀ ਅੰਕਾਂ ਦੀ ਵਿਦਿਆ ਸਤਿਗੁਰੂ ਜੀ ਨੇ ਉਹ ਬਖਸ਼ਿਸ਼ ਕਰ ਦਿੱਤੀ। ਓੰਗ ਜਿਹੜਾ ਸ਼ਬਦ ਹੈ ਉਹਦੇ ਵਿੱਚ ਅੱਖਰਾਂ ਦੀ ਵਿਦਿਆ ਆ ਗਈ। ਕਾਰ ਜਿਹੜੀ ਉੱਪਰ ਲਾਈ ਹੋਈ ਹੈ ਉਹਦੇ ਵਿੱਚ ਸੰਕੇਤ ਦੀ ਵਿਦਿਆ ਆ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਨੇ। ਇੱਕ
ਇੱਕ ਭਾਵ ਅਦਵੈਤ ਸਰੂਪ ਪਰਮੇਸ਼ਰ ਵਾਹਿਗੁਰੂ ਇੱਕੋ ਹੀ ਹੈ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਤੋਂ ਸ਼ੁਰੂ ਕੀਤਾ ਹੈ ਕੰਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਦ੍ਰਿੜ ਕਰਾਉਂਦੇ ਹਨ ਕਿ ਭਾਈ ਇੱਕ ਦੇ ਹੀ ਚਰਣੀ ਲੱਗਣਾ ਹੈ। ਤੈ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਗੁਰੂ ਅਮਰਦਾਸ ਜੀ ਦੇ ਪ੍ਰਥਾਏ ਭੱਟਾਂ ਨੇ ਜਦੋਂ ਲਿਖਿਆ ਤੇ ਉਹਨਾਂ ਨੇ ਫਿਰ ਇਹ ਲਿਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਇੱਕ ਨੂੰ ਹੀ ਪੜ੍ਹਿਆ, ਤਾਂ ਪੜ੍ਹਿਓ ਇੱਕ, ਮਨ ਧਰਿਓ ਇੱਕ। ਮਨ ਦੇ ਵਿੱਚ ਵੀ ਇੱਕੇ ਨੂੰ ਪਰਮੇਸ਼ਰ ਵਾਹਿਗੁਰੂ ਨੂੰ ਧਰਿਆ। ਕਰ ਇੱਕ ਪਛਾਣਿਓ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮਹਿ ਲੀਨੋ, ਇੱਕ ਦੇ ਵਿੱਚ ਹੀ ਲੀਨ ਹੋ ਗਏ ਆ। ਇੱਕ ਨੂੰ ਸਾਧ ਸੰਗਤ ਜੀ ਹਿਰਦੇ ਅੰਦਰ ਧਾਰਨਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੇ। ਅੰਤਰ ਬਾਹਰ ਏਕ ਪਛਾਣੈ, ਤਉ ਘਰ ਮਹਿਲ ਸਿਆਪੈ। ਕਹਿੰਦੇ ਇੱਕ ਇੱਕ ਤਾਂ ਸਾਰੇ ਕਹਿੰਦੇ ਵੀ ਹਾਂ ਏਕਾ 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 ਜੀ ਰੱਬ ਏਕਾ, ਪਰ ਲੜਦੇ ਕਿਉਂ ਆ? ਦੂਜਾ ਕਹਿੰਦਾ ਰਾਮ ਆ, ਦੂਜਾ ਕਹਿੰਦਾ ਅੱਲਾ ਆ, ਦੂਜਾ ਕਹਿੰਦਾ ਵਾਹਿਗੁਰੂ ਆ। ਮਾਰੇ ਕਹਿੰਦੇ ਲੜਾਈ ਕਿਉਂ ਹੈ? ਹਉਮੈ ਦੇ ਅੰਦਰ। ਏਕੋ ਏਕ ਹੈ ਸਭ ਕੋਏ, ਹਉਮੈ ਗਰਭ ਵਿਆਪੇ। ਹਉਮੈ ਦੇ ਗਰਭ ਦੇ ਵਿੱਚ, ਗੁਮਾਨ ਦੇ ਵਿੱਚ ਕਹਿੰਦੇ ਆ। ਪਰ ਅੰਤਰ ਬਾਹਰ ਏਕ ਪਛਾਣੈ, ਤਉ ਘਰ ਮਹਿਲ ਸਿਆਪੈ। ਤਾਂ ਫਿਰ ਮਹਿਲ ਦੀ ਪ੍ਰਾਪਤੀ ਹੋਏਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਜ ਘਰ ਦੀ ਤਾਂ ਪ੍ਰਾਪਤੀ ਹੋਏਗੀ। ਅੰਤਰ ਵੀ ਤੇ ਬਾਹਰ ਵੀ ਇੱਕ ਨੂੰ ਹੀ ਪਹਿਚਾਣਦਾ ਹੈ। ਦਵੈਤ ਨੂੰ ਸਿੱਧ ਕਰਨਾ ਬੜਾ ਸੌਖਾ ਹੈ ਕਿ ਦੋ ਨੇ ਹਰੇਕ ਥਾਂ ਤੇ ਸਿੱਧ ਹੋ ਜਾਂਦੀ ਹੈ। ਸੰਤ ਈਸ਼ਰ ਸਿੰਘ ਜੀ ਹੋਏ ਨੇ ਸਾਧ ਸੰਗਤ ਜੀ ਇੱਕ ਦੋਦਰ ਵਾਲੇ, ਉਹਨਾਂ ਦੇ ਪਾਸ ਇੱਕ ਪੰਡਤ ਆ ਗਿਆ। ਉਹ ਵਾਰ-ਵਾਰ ਕਰੇ ਜੀ ਮੇਰੇ ਨਾਲ ਚਰਚਾ ਕਰੋ। ਮਹਾਂਪੁਰਸ਼ ਕਹਿੰਦੇ ਭਾਈ ਚਰਚਾ ਕੀ ਕਰਨੀ ਹੈ, ਤੂੰ ਜਿੱਤਿਆ ਅਸੀਂ ਹਾਰਿਆ, ਕੋਈ ਗੱਲ ਨਹੀਂ। ਕਹਿੰਦਾ ਨਹੀਂ ਮੈਂ ਸੁਣਿਆ ਤੁਸੀਂ ਬਹੁਤ ਵੱਡੇ ਵਿਦਵਾਨ ਜੇ, ਤੁਸੀਂ ਬੜੀ ਵਿਆਖਿਆ ਕਰਦੇ, ਮੇਰੇ ਨਾਲ ਚਰਚਾ ਕਰੋ। ਵਾਰ-ਵਾਰ ਕਹਿਣ ਤੇ ਸੰਤ ਕਹਿੰਦੇ ਅੱਛਾ ਭਾਈ ਦੱਸ ਫਿਰ ਕਿਹੜੀ ਚਰਚਾ ਕਰਨੀ ਚਾਹੁੰਦਾ ਹੈ? ਕਹਿੰਦਾ ਜੀ ਮੈਂ ਦਵੈਤ ਸਿੱਧ ਕਰਦਾ ਹੈ। ਸਾਧ ਸੰਗਤ ਦੋ ਹੁੰਦੀਆਂ, ਇੱਕ ਹੁੰਦਾ ਅਦਵੈਤ, ਐੜਾ ਲੱਗ ਕੇ ਅੱਗੇ ਆ ਦਵੈਤ, ਭਾਵ ਕਿ ਇੱਕ ਦਵੈਤ ਨਹੀਂ, ਇਹਦਾ ਅਰਥ ਇਹ ਬਣ ਜਾਂਦਾ। ਇੱਕ ਅਦਵੈਤ ਭਾਵ ਕਿ ਦੋ। ਹਿੰਦੂ ਧਰਮ ਦੇ ਵਿੱਚ ਪਰਮੇਸ਼ਰ ਨੂੰ ਵੀ ਆਦਿ ਮੰਨਿਆ ਜਾਂਦਾ ਤੇ ਨਾਲ ਮਾਇਆ ਨੂੰ ਵੀ ਆਦਿ ਮੰਨਿਆ ਜਾਂਦਾ, ਵੀ ਮਾਇਆ ਵੀ ਨਾਲ ਹੀ ਪੈਦਾ ਹੋ ਗਈ। ਉਦੋਂ ਜਦੋਂ ਪਰਮੇਸ਼ਰ ਆਇਆ ਨਾਲ ਹੀ ਮਾਇਆ ਪੈਦਾ ਹੋ ਗਈ। ਉਹ ਪੰਡਤ ਕਹਿੰਦਾ ਜੀ ਮੈਂ ਦਵੈਤ ਸਿੱਧ ਕਰਦਾ। ਮਹਾਂਪੁਰਸ਼ ਕਹਿੰਦੇ ਅੱਛਾ, ਕਹਿੰਦੇ ਆ ਜਾ ਸਾਡੇ ਨਾਲ ਫਿਰ। ਕਹਿੰਦੇ ਹਾਂਜੀ ਦੱਸੋ ਜੀ। ਇੱਕ ਬੜਾ ਸਧਾਰਨ ਜਿਹਾ ਮਨੁੱਖ ਉਹਨਾਂ ਦੇ ਅਸਥਾਨ ਤੇ ਝਾੜੂ ਫੇਰ ਰਿਹਾ। ਉਹਨੂੰ ਫੜ ਕੇ ਸੰਤ ਕਹਿਣ ਲੱਗੇ, ਕਹਿੰਦੇ ਭਾਈ ਤੂੰ ਰੱਬ ਹੈ। ਹੁਣ ਕੋਈ ਆਮ ਬੰਦਾ ਉਹਨੂੰ ਕਹਿ ਦਈਏ ਆਪਾਂ ਫੜ ਕੇ ਵੀ ਰੱਬ ਹੈ ਤੇ ਉਹਦੀ ਕੀ ਹਾਲਤ ਹੋਏਗੀ? ਬੜਾ ਡਰ ਗਿਆ ਵਿਚਾਰਾ। ਕਹਿੰਦਾ ਮਹਾਂਪੁਰਸ਼ੋ ਨਹੀਂ ਮੈਂ ਤੇ ਇੱਕ ਪਾਪੀ ਬੰਦਾ ਆ, ਮੈਂ ਤੇ ਬੜਾ ਨੀਚ ਬੰਦਾ ਆ, ਮੈਂ ਤੇ ਬੜਾ ਗਲਤ ਬੰਦਾ ਆ, ਤੂੰ ਮੈਂ ਨਹੀਂ ਰੱਬ ਹੈਗਾ। ਕਈ ਸੰਤ ਕਹਿੰਦੇ ਨਹੀਂ ਭਾਈ ਤੂੰ ਰੱਬ ਹੈ, ਤੂੰ ਪਰਮੇਸ਼ਰ ਦਾ ਸਰੂਪ ਹੈ, ਤੈਨੂੰ ਨਮਸਕਾਰ ਹੈ। ਉਹ ਰੌਲਾ ਪਾਈ ਜਾ ਰਿਹਾ ਨਹੀਂ ਜੀ ਮੈਂ ਨਹੀਂ ਰੱਬ, ਮੈਂ ਤੇ ਪਾਪੀ ਆ, ਮੈਂ ਤਾਂ ਇਸ ਤਰ੍ਹਾਂ ਆ, ਮੈਂ ਤਾਂ ਇਸ ਤਰ੍ਹਾਂ। ਸੰਤ ਫਿਰ ਕਹੀ ਜਾ ਰਿਹਾ ਉਹਨੂੰ। ਪੰਡਤ ਲਾਗੇ ਵੇਖ ਰਿਹਾ ਵੀ ਇਹ ਕੀ ਗੱਲ ਬਣ ਰਹੀ ਹੈ। ਕਹਿੰਦੇ ਪੰਡਤ ਜੀ ਕੋਈ ਸਮਝ ਲੱਗੀ? ਕਹਿੰਦਾ ਜੀ ਨਹੀਂ ਲੱਗੀ, ਦੱਸੋ ਕਿਰਪਾ ਕਰਕੇ। ਕਹਿੰਦੇ ਪੰਡਤ ਜੀ ਤੁਸੀਂ ਦਵੈਤ ਸਿੱਧ ਕਰਦੇ ਆ ਨਾ ਕਿ ਰੱਬ ਹੋਰ ਹੈ, ਜੀਵ ਹੋਰ ਹੈ ਤੇ ਈਸ਼ ਹੋਰ ਹੈ। ਆਹ ਵੇਖੋ ਆ ਸਧਾਰਨ ਬੰਦਾ ਜਿਹਨੂੰ ਕੋਈ ਗਿਆਨ ਨਹੀਂ ਹੈਗਾ, ਇਹ ਤੇ ਇਸ ਗੱਲ ਨੂੰ ਤੇ ਇਹ ਸਿੱਧ ਕਰੀ ਜਾਂਦਾ ਹੈ ਵੀ ਮੈਂ ਪਾਪੀ ਹਾਂ ਤੇ ਪਰਮੇਸ਼ਰ ਜਿਹੜਾ ਆ ਉਹ ਪਾਪਾਂ ਤੋਂ ਰਹਿਤ ਆ, ਪਾਪਾਂ ਤੋਂ ਰਹਿਤ ਕਰਨ ਵਾਲਾ, ਪਤਿਤ ਪਾਵਨ ਆ। ਕਹਿੰਦੇ ਤੁਸੀਂ ਇਸੇ ਚੱਕਰ ਦੇ ਵਿੱਚ ਸਾਰੀ ਜ਼ਿੰਦਗੀ ਆਪਣੀ ਲਾ ਦਿੱਤੀ। ਜੇ ਸਿੱਧ ਕਰਨਾ ਹੈ ਅਦਵੈਤ ਨੂੰ ਸਿੱਧ ਕਰੋ ਕਿ ਪਰਮੇਸ਼ਰ ਇੱਕੋ ਹੀ ਆ। ਇਹ ਸਾਰਾ ਸੰਸਾਰ ਜਿਹੜਾ ਹੈ ਉਹ ਇੱਕ ਦੀ ਹੀ ਪੈਦਾਇਸ਼ ਤੇ ਇੱਕੋ ਹੀ ਵਿੱਚ ਵਸਿਆ ਹੋਇਆ ਤੇ ਇੱਕੋ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ। ਏਕਮ ਏਕੰਕਾਰ ਨਿਰਾਲਾ। ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਨੇ। ਇੱਕ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਇੱਕੋ ਇੱਕ ਹੈ। ਜੇ ਸਾਡੀ ਉਹਦੇ ਉੱਤੇ ਕਿਸੇ ਤਰ੍ਹਾਂ ਦੇ ਨਾਲ ਸੋ ਵਿਸ਼ਵਾਸ ਆ ਜਾਵੇ, ਜਿਸ ਪ੍ਰਤੀਤ ਆਵੈ ਤਿਸ ਕਾ ਗਾਵਿਆ ਥਾਏ ਪਵੈ। ਜਿਹੜਾ ਪ੍ਰਤੀਤ ਕਰ ਲੈਂਦਾ,
ਜਿਹੜਾ ਸਤਿਗੁਰੂ ਜੀ ਦੇ ਬਚਨਾਂ ਤੇ ਵਿਸ਼ਵਾਸ ਕਰੇਗਾ ਉਹਦਾ ਗਾਵਿਆ ਹੋਇਆ ਥਾਂ ਪੈਂਦਾ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਇੱਕ ਓੰਕਾਰ, ਓੰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਅਦਵੈਤ ਸਰੂਪ ਓੰਕਾਰ ਸਭਨਾਂ ਦਾ ਪ੍ਰਕਾਸ਼ਕ, ਸਾਰਿਆਂ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਜਿਹੜਾ ਹੈ ਉਹ ਹੈ ਓੰਕਾਰ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਵਾਣ ਤ੍ਰਿਣ ਤ੍ਰੇ ਭਵਨ ਪਾਣੀ, ਚਾਰ ਬਾਣੀ ਚਾਰੇ ਖਾਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਕਲਗੀਧਰ ਜੀ ਕਿਰਪਾ ਕਰਦੇ ਹਨ। ਪ੍ਰਥਮੈ ਓੰਕਾਰ ਜਨ ਕਹਾ, ਸੋ ਧੁਨ ਪੂਰ ਜਗਤ ਮੋ ਰਹਾ। ਭਾਵ ਕਿ ਪਰਮੇਸ਼ਰ ਨੇ, ਵਾਹਿਗੁਰੂ ਨੇ ਓੰਕਾਰ ਦੀ ਧੁਨੀ ਕਹੀ, ਉਹਦੇ ਨਾਲ ਇਹ ਸਾਰਾ ਸੰਸਾਰ ਬਣ ਗਿਆ। ਇਹ ਸਾਰਾ ਸੰਸਾਰ ਬਣਦਾ ਚਲਿਆ ਜਾ ਰਿਹਾ ਹੈ। ਜਦੋਂ ਉਹ ਓੰਕਾਰ ਦੀ ਧੁਨੀ ਨੂੰ ਪਰਮੇਸ਼ਰ ਸਮਾਪਤੀ ਕਰ ਲਏਗਾ, ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਸਾਰੀਆਂ ਦੇਹਾਂ ਤੁਹਾਡੇ ਵਿੱਚ ਹੀ ਆ ਕੇ ਸਤਿਗੁਰੂ ਜੀ ਮਿਲ ਜਾਣਗੀਆਂ। ਜਦੋਂ ਆਕਰਖਣ ਸ਼ਕਤੀ ਨੂੰ ਆਪਣੀ ਨੂੰ ਤੁਸੀਂ ਪ੍ਰਚੰਡ ਕਰ ਲਓਗੇ ਤਾਂ ਫਿਰ ਤੁਹਾਡੇ ਵਿੱਚ ਹੀ ਸਾਰਾ ਕੁਝ ਆਣ ਕਰਕੇ ਮਿਲ ਜਾਏਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਭਨਾਂ ਦਾ ਪ੍ਰਕਾਸ਼ਕ, ਉਚਾਰਨੇ ਮਾਤਰ ਸੇ ਰੱਖਿਆ ਕਰਦਾ। ਅਵ ਧਾਤੂ ਤੋਂ ਸੰਸਕ੍ਰਿਤ ਵਾਲੇ ਮੰਨਦੇ ਨੇ ਕਿ ਓੰਕਾਰ ਸ਼ਬਦ ਜਿਹੜਾ ਅਵ ਧਾਤੂ ਤੋਂ ਬਣਿਆ। ਧਾਤੂ ਹੁੰਦੇ ਆ ਜਿਹੜਾ ਲੈਟਿਨ ਵਰਡ, ਜਿਸ ਤਰ੍ਹਾਂ ਇੰਗਲਿਸ਼ ਦੇ ਵਿੱਚ ਬੋਲ ਦਿੰਦੇ ਕਿ ਇਹ ਸ਼ਬਦ ਆਇਆ ਕਿੱਥੋਂ ਹੈ। ਇਹ ਸੰਸਕ੍ਰਿਤ ਵਾਲੇ ਅਵ ਧਾਤੂ ਤੋਂ ਮੰਨਦੇ। ਅਵ ਧਾਤੂ ਦਾ ਅਰਥ ਹੁੰਦਾ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ। ਭਾਵ ਕਿ ਜਿਹੜਾ ਇੱਕ ਓੰਕਾਰ ਦਾ ਉਚਾਰਨ ਕਰੇਗਾ ਉਹਦੀ ਜਮਾ ਤੋਂ ਰਕਸ਼ਾ ਹੋਏਗੀ, ਉਹਦੀ ਸਾਰੇ ਨੈਗੇਟਿਵਿਟੀ ਤੋਂ, ਮਾੜੇ ਕਰਮਾਂ ਤੋਂ, ਪਾਪਾਂ ਤੋਂ ਉਹਦੀ ਰਕਸ਼ਾ ਹੋਏਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਭਨਾਂ ਦਾ ਪ੍ਰਕਾਸ਼ਕ। ਰਾਗ ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ ਸਤ ਚਿਤ ਆਨੰਦ ਸਰੂਪ। ਰਾਗ ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਮਹੱਲਾ ਨਾਵਾਂ। ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧਿਆਨ ਧਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿੰਘਾਸਣ ਤੇ ਸਜੇ ਹੋਏ ਹਨ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਵਿੱਚ। ਸੰਗਤਾਂ ਆਲੇ ਦੁਆਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੀਆਂ ਹੋਈਆਂ, ਬੇਨਤੀ ਕਰ ਰਹੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ, ਸਾਡੇ ਉੱਪਰ ਮਿਹਰ ਕਰੋ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਤੇ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਕਰਦੇ ਆ। ਜਿਸ ਤਰ੍ਹਾਂ ਕਿਸੇ ਨੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਜਾ ਕਰਕੇ ਸਾਧ ਸੰਗਤ ਜੀ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੋਵੇ ਨਾ, ਉਹ ਫਿਰ ਪਹਿਲਾਂ ਮਨ ਦੇ ਵਿੱਚ ਫੁਰਨਾ ਬਣਾਉਂਦਾ ਹੈ। ਤੇ ਜਦੋਂ ਉਹ ਤੁਰਦਾ ਹੈ ਨਾ ਤਾਂ ਉਹਨੂੰ ਫਿਰ ਘਰ ਆਪਣਾ ਛੱਡਣਾ ਪੈਂਦਾ ਹੈ। ਪਹਿਲਾਂ ਉਹਨੂੰ ਘਰ ਦਾ ਤਿਆਗ ਕਰਨਾ ਪੈਂਦਾ। ਸੁੱਖ ਆਰਾਮ ਜਿਹੜੇ ਘਰ ਦੇ ਨੇ ਉਹ ਤਿਆਗ ਕਰ ਦਿੱਤਾ, ਗੱਡੀ ਲੈ ਕੇ ਚੱਲ ਪਿਆ। ਰਸਤੇ ਦੇ ਵਿੱਚ ਹੁਣ ਹੋਰ ਅਸਥਾਨ ਆਇਆ, ਗੋਬਿੰਦ ਘਾਟ, ਗੋਬਿੰਦ ਧਾਮ। ਉੱਥੇ ਵੱਡਾ ਅਟੈਚੀ ਉਹਨੇ ਰੱਖ ਦਿੱਤਾ, ਇੱਕ ਛੋਟੇ ਜਿਹੇ ਬੈਗ ਦੇ ਵਿੱਚ ਸਮਾਨ ਪਾ ਲਿਆ। ਹੁਣ ਅੱਗੇ ਜਾ ਕੇ ਦੂਸਰੇ ਸਥਾਨ ਤੇ ਰਾਤ ਰਿਹਾ। ਉੱਥੇ ਕਹਿੰਦੇ ਵੀ ਅੱਗੇ ਤੁਰ ਕੇ ਜਾਣਾ ਪੈਣਾ। ਉੱਥੇ ਫਿਰ ਹੋਰ ਉਹਨੇ ਆਪਣਾ ਸਮਾਨ ਘਟਾ ਲਿਆ ਵੀ ਚਲੋ ਹੁਣ ਕਸ਼ਹਿਰਾ ਪਰਣਾ ਹੀ ਲੈ ਜਾਂਦੇ, ਬਾਕੀ ਸਮਾਨ ਇੱਥੇ ਰੱਖ ਜਾਂਦੇ ਆ। ਉਹ ਤੁਰਿਆ ਜਾਂਦਾ ਹੈ, ਸਮਾਨ ਘਟਦਾ ਜਾਂਦਾ। ਜਿਉਂ-ਜਿਉਂ ਚੜਾਈਆਂ ਤਾਂ ਨੂੰ ਚੜ੍ਹਦਾ ਹੈ, ਸਮਾਨ ਆਪਣਾ ਘਟਾਈ ਜਾਂਦਾ ਹੈ। ਅੰਤ ਨੂੰ ਫਿਰ ਉੱਥੇ ਪਹੁੰਚ ਜਾਂਦਾ ਹੈ ਸਰੋਵਰ ਦੇ ਨੇੜੇ। ਉੱਥੇ ਫਿਰ ਆਪਣਾ ਸਾਰੇ ਬਸਤਰ ਜਿਹੜੇ ਨੇ ਨਾ, ਬੈਗ ਬੂਗ ਖੜੇ ਉੱਥੇ ਅੰਦਰ ਰੱਖ ਦਿੰਦਾ ਹੈ। ਤੇ ਜਦੋਂ ਸਾਧ ਸੰਗਤ ਜੀ ਸਰੋਵਰ ਦੇ ਨੇੜੇ ਆਉਂਦਾ ਫਿਰ ਕੱਪੜੇ ਵੀ ਲਾ ਦਿੰਦਾ ਸਾਰੇ। ਕੇਵਲ 5 ਕਕਾਰ ਹੀ ਕੋਲ ਰਹਿ ਜਾਂਦੇ ਆ ਤੇ ਦਸਤਾਰ ਰਹਿ ਜਾਂਦੀ ਹੈ। ਫਿਰ ਉਹ ਅੰਮ੍ਰਿਤ ਸਰੋਵਰ ਦੇ ਵਿੱਚ ਟੁੱਬੀ ਲਾਉਂਦਾ, ਉਹਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਆ ਉੱਥੇ। ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਕਿਰਪਾ ਕਰਦੇ ਨੇ ਕਿ ਭਾਈ ਜੇ ਤੂੰ ਉੱਥੇ ਅੰਮ੍ਰਿਤ ਸਰੋਵਰ ਦੀ ਟੁੱਬੀ ਲਾਉਣੀ ਚਾਹੁੰਦਾ ਹੈ ਨਾ, ਫਿਰ ਤੈਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ। ਹੌਲੀ 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 ਬਿਰਤੀ ਜਿਹੜੀ ਉਹ ਥਾਨ ਕਰਨੀ ਪਏਗੀ। ਇਹਨਾਂ ਚੀਜ਼ਾਂ ਨੂੰ ਛੱਡ ਕੇ
ਹੋਰ ਥੋੜਾ ਭਾਰ ਰਹਿ ਗਿਆ, ਅਖੀਰ ਤੇ ਜਿਹੜਾ ਬਿਲਕੁਲ ਅਹੰ ਭਾਵ ਥੋੜਾ ਜਿਹਾ ਰਹਿ ਗਿਆ, ਉਹਨੂੰ ਵੀ ਇਹ ਛੱਡਣਾ ਪਏਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਕਿਵੇਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ ਜੀ। ਸਾਧੋ ਮਨ ਕਾ ਮਾਨ ਤਿਆਗੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਸਾਧੋ, ਹੇ ਸਾਧਨਾ ਕਰਨ ਵਾਲਿਓ, ਹੇ ਸੰਤੋ, ਹੇ ਗੁਰਮੁਖ ਪਿਆਰਿਓ, ਛੱਡਣਾ ਕਰੋ ਕਿਨੂੰ? ਮਨ ਦੇ ਮਾਨ ਨੂੰ। ਕਿਉਂਕਿ ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਹਮ ਬੜ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨ ਨਾਸੀ। ਕਹਿੰਦੇ ਵੀ ਬੜਾ ਕੁਝ ਤਿਆਗ ਹੋ ਜਾਂਦਾ ਹੈ, ਬੜਾ ਕੁਝ ਛੱਡਿਆ ਜਾਂਦਾ ਹੈ, ਬੜਾ ਕੁਝ ਛੱਡ ਸਕਦੇ ਆ, ਪਰ ਸਾਧ ਸੰਗਤ ਜੀ ਮਾਨ ਜਿਹੜਾ ਹੈ ਨਾ, ਹਮ ਬੜ ਕਾਬ, ਅਸੀਂ ਬਹੁਤ ਵੱਡੇ ਕਵੀ ਹਾਂ, ਕੁਲੀਨ ਸਾਡੀ ਕੁੱਲ ਬਹੁਤ ਉੱਚੀ ਹੈ, ਜੋਗੀਆਂ ਬਹੁਤ ਵੱਡੇ ਅਸੀਂ ਸੰਨਿਆਸ ਧਾਰਨ ਕੀਤਾ ਹੋਇਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਭਾਈ ਹੇ ਸਾਧੋ, ਹੇ ਸਾਧਨਾ ਕਰਨ ਵਾਲਿਓ, ਜੇ ਪਰਮੇਸ਼ਰ ਦੇ ਦਰ ਤੇ ਪਹੁੰਚਣਾ ਚਾਹੁੰਦੇ ਜੇ, ਨਿਰਵਾਣ ਪਦ ਦੀ ਪ੍ਰਾਪਤੀ ਨੂੰ ਕਰਨਾ ਚਾਹੁੰਦੇ ਜੇ, ਫਿਰ ਇਹਨੂੰ ਮਾਨ ਨੂੰ ਛੱਡਣਾ ਪਏਗਾ। ਮਾਨ ਕਿਹੜਾ ਮਾਨ? ਮਨ ਦਾ ਮਾਨ। ਸੋ ਇਸ ਕਰਕੇ ਸਾਧ ਸੰਗਤ ਜੀ ਸਮਾਂ ਆਪਣੇ ਕੋਲ ਸੀਮਿਤ ਹੁੰਦਾ ਹੈ। ਪਹਿਲਾਂ ਮਨ ਦੇ ਪ੍ਰਥਾਏ ਸਾਨੂੰ ਜਾਣਨਾ ਪਏਗਾ ਕਿ ਮਨ ਹੈ ਕੀ, ਕਿਉਂਕਿ ਸਾਰਾ ਕਾਰਜ ਹੀ ਮਨ ਦੇ ਨਾਲ ਹੀ ਹੋਣਾ ਹੈ। ਮਨ ਹੀ ਸਾਨੂੰ ਪੁੱਠੇ ਬੰਨੇ ਲੈ ਕੇ ਜਾਂਦਾ, ਮਨ ਨੇ ਹੀ ਸਾਨੂੰ ਸਿੱਧੇ ਪਾਸੇ ਲੈ ਕੇ ਜਾਣਾ। ਸਤਿਗੁਰੂ ਜੀ ਕਿਰਪਾ ਕਰਦੇ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿਧ ਹੋਏ, ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹ ਮਨ ਨੇ ਹੀ ਸਾਨੂੰ ਧਾਰਨਾ ਹੈ, ਮਨ ਨੇ ਡੋਬਣਾ ਹੈ। ਤਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ। ਮਨ ਦਾ ਮਾਨ ਨੂੰ ਤਿਆਗਣਾ ਕਰੋ ਕਿਸੇ ਤਰ੍ਹਾਂ ਦੇ ਨਾਲ ਕਿ ਅਸੀਂ ਬਹੁਤ ਵੱਡੇ ਤਪੀ ਹਾਂ, ਬਹੁਤ ਵੱਡਾ ਅਸੀਂ ਜਪ ਤਪ ਕਰਦੇ ਹਾਂ। ਤਾਂ ਹੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਗੁਰੂ ਸਿੱਖਾਂ ਨੂੰ ਕਿਹਾ ਭਾਈ ਸਤ ਸੰਗਤ ਕਰਨੀ ਹੈ। ਸਤ ਸੰਗਤ ਵਿੱਚ ਜਦੋਂ ਆਓਗੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਮੈਂ 5 ਪਾਠ ਜਪਜੀ ਸਾਹਿਬ ਦੇ ਕਰਦਾ, ਇੱਥੇ ਕੋਈ 10 ਕਰਨ ਵਾਲਾ ਵੀ ਹੈਗਾ। 10 ਵਾਲੇ ਨੂੰ ਅੱਗੇ 25 ਕਰਨ ਵਾਲਾ ਮਿਲ ਜਾਏਗਾ, ਉਹਨੂੰ ਅੱਗੇ ਸਵਾਸ ਸਿਮਰਨ ਕਰਨ ਵਾਲਾ ਮਿਲ ਜਾਏਗਾ, ਉਹਨੂੰ ਅੱਗੇ ਤੁਰੀਆ ਅਵਸਥਾ ਦੇ ਵਿੱਚ ਪਹੁੰਚਿਆ ਕੋਈ ਮਿਲ ਜਾਏਗਾ। ਮਾਨ ਜਿਹੜਾ ਤਾਂ ਹੀ ਤਿਆਗਿਆ ਜਾਏਗਾ, ਨਹੀਂ ਤੇ ਘਰ ਬੈਠਿਆਂ ਤੇ ਸਾਰੇ ਹੀ ਬ੍ਰਹਮ ਗਿਆਨੀ ਬਣ ਜਾਂਦੇ। ਸਾਧ ਸੰਗਤ ਜੀ ਜੋ ਸੰਗਤ ਵਿੱਚ ਆਵਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਨੇ, ਫਿਰ ਇਹ ਮਾਨ ਤਿਆਗਿਆ ਜਾਏਗਾ। ਪ੍ਰੈਕਟੀਕਲੀ ਜਿਹੜਾ ਜੀਵਨ ਸਾਡਾ ਇਸ ਤਰ੍ਹਾਂ ਬਣੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਇਹ ਸਾਧਨਾ ਕਰਨ ਵਾਲਿਓ, ਇਹ ਗੁਰਮੁਖ ਪਿਆਰਿਓ, ਮਨ ਦੇ ਮਾਨ ਨੂੰ ਤਿਆਗਣਾ ਕਰੋ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾ ਤੇ ਅਹਨਿਸ ਭਾਗਉ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਭਾਈ, ਇਸੇ ਤਰ੍ਹਾਂ ਦੇ ਨਾਲ ਜਿਸੇ ਮਨ ਦੇ ਮਾਨ ਨੂੰ ਤਿਆਗਣਾ, ਉੱਥੇ ਕਾਮ ਨੂੰ ਤਿਆਗਣਾ ਪਏਗਾ, ਕ੍ਰੋਧ ਨੂੰ ਤਿਆਗਣਾ ਪਏਗਾ, ਛੱਡਣਾ ਪਏਗਾ। ਸੰਗਤ ਦੁਰਜਨ ਕੀ, ਮਾੜੇ ਬੰਦੇ ਦੀ ਸੰਗਤ ਤੋਂ ਬਚਣਾ ਪਏਗਾ। ਕਾਮੀ ਬੰਦੇ ਦੀ ਸੰਗਤ ਕਰਾਂਗੇ ਤਾਂ ਕਾਮ ਦੇ ਫੁਰਨੇ ਵੱਲ ਜਾਣਗੇ। ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਹੈਗਾ ਤਾਂ ਮਾੜਾ ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ। ਉਹ ਫਿਰ ਉਸ ਚੀਜ਼ ਨੂੰ ਵੀ ਵਡਿਆ ਕੇ ਬੜਾ ਦੱਸਦਾ ਹੈ। ਉਹ ਫਿਰ ਦੱਸਦਾ ਕਿ ਮੈਂ ਐਂ ਕਰਦਾ। ਇਸੇ ਤਰ੍ਹਾਂ ਦੇ ਨਾਲ ਕ੍ਰੋਧ ਕਰਨ ਵਾਲੇ ਨੂੰ ਬੰਦੇ ਤੋਂ ਵੀ ਸਾਨੂੰ ਬਚਣਾ ਪਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਭਰਮਾਵਣੈ, ਚਿਤ ਹਰਣ ਤ੍ਰੈ ਲੋਕ ਗਮਿੰ, ਜਪ ਤਪ ਸੀਲ ਬਿਦਾਰਣੈ। ਕਿ ਹੇ ਕਾਮ, ਤੂੰ ਤਾਂ ਸਾਰਾ ਜਪ ਤਪ ਵੀ ਨਾਸ਼ ਕਰ ਦਿੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਭਾਈ ਕਾਮੀ ਬੰਦੇ ਕੋਲੋਂ, ਕਾਮ ਕੋਲੋਂ ਬਚਣਾ ਕਰੋ, ਇਹਦੇ ਕੋਲ ਭੱਜ ਜਾਓ। ਦੂਸਰਾ ਕਹਿੰਦੇ ਨੇ ਕ੍ਰੋਧ,
ਤੇ ਮਹਾਰਾਜ ਕਹਿੰਦੇ ਨੇ ਤਿਸ ਪਾਸ ਦੁਆਸ ਨਾ ਪਿਟੀਐ ਜਿਸ ਅੰਤਰ ਕ੍ਰੋਧ ਚੰਡਾਲ। ਕਹਿੰਦੇ ਜਿਹਦੇ ਨੇੜੇ ਕ੍ਰੋਧ ਹੈ ਨਾ, ਜਿਹਦੇ ਅੰਦਰ ਕ੍ਰੋਧ ਹੈ, ਸਾਧ ਸੰਗਤ ਜੀ ਅਸੀਂ ਵੇਖਦੇ ਹਾਂ ਆਪਣੇ ਰੋਜ਼ਾਨਾ ਜੀਵਨ ਵਿੱਚ, ਜਿਹੜਾ ਬੰਦਾ ਕਦੀ ਵੀ ਉੱਚੀ ਨਾ ਬੋਲਿਆ ਹੋਵੇ, ਜਿਹਨੂੰ ਕ੍ਰੋਧ ਚੜ੍ਹ ਜਾਏ ਉਹ ਬੜਾ ਉੱਚੀ ਉੱਚੀ ਰੌਲਾ ਪਾਉਂਦਾ ਹੈ, ਬੜਾ ਉੱਚੀ ਉੱਚੀ ਭੱਜ ਭੱਜ ਕੇ ਉਹ ਪੈਂਦਾ ਹੈ। ਹੁਣ ਇੰਨਾ ਸਮਾਂ ਨਹੀਂ ਕਿ ਆਪਾਂ ਕਿਤੇ ਸਮੇਂ ਦੇ ਅੰਦਰ ਕ੍ਰੋਧ ਬਾਰੇ ਡਿਫਾਈਨ ਕਰਾਂਗੇ ਕਿ ਕੀ ਹੁੰਦਾ, ਇਹਦੇ ਨਾਲ ਸਾਡੇ ਸਰੀਰ ਤੇ ਕੀ ਅਸਰ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲੇ। ਸਰੀਰ ਨੂੰ ਵੀ ਇਹ ਖਰਾਬ ਕਰ ਦਿੰਦੇ ਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਹਨ ਭਾਈ, ਕਾਮੀ ਕੋਲੋਂ, ਕ੍ਰੋਧੀ ਕੋਲੋਂ, ਕਾਮ ਕੋਲੋਂ, ਕ੍ਰੋਧ ਕੋਲੋਂ, ਇਹਨਾਂ ਦੀ ਸੰਗਤ ਤੋਂ ਤਾਂ ਤੇ ਅਹਰਸ ਭਾਗੋ, ਸਦਾ ਦਿਨ ਰਾਤ ਇਹਨਾਂ ਕੋਲੋਂ ਭੱਜ ਜਾਓ। ਇਹਨਾਂ ਦੇ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਐ। ਕਹਿੰਦੇ ਕਾਲੇ ਭਾਂਡੇ ਨੂੰ ਪਰਸੋਗੇ ਨਾ, ਉਹਦੇ ਨੇੜੇ ਜਾਓਗੇ ਤਾਉ ਕਛ ਲਾਗੈ ਦਾਗ, ਕੋਈ ਨਾ ਕੋਈ ਦਾਗ ਬਚਾਉਂਦਿਆਂ ਬਚਾਉਂਦਿਆਂ ਤੁਹਾਡੇ ਲੱਗ ਹੀ ਜਾਏਗਾ। ਤਾਂ ਕਰਕੇ ਆਪਾਂ ਸਾਧ ਸੰਗਤ ਦੀ ਬੇਨਤੀ ਕਰਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪਾਂ ਬੇਨਤੀ ਕਰਦੇ, ਸੇਈ ਪਿਆਰੇ ਮੇਲ ਜਿਨ੍ਹਾਂ ਮੇਲਿਆ ਤੇਰਾ ਨਾਮ ਚਿਤ ਆਵੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਰਸ ਭਾਗੋ। ਕਹਿੰਦੇ ਇਹਨਾਂ ਦੀ ਸੰਗਤ ਨਾ ਕਰੋ, ਮਾੜੇ ਬੰਦੇ ਦੀ ਸੰਗਤ ਨਾ ਕਰੋ, ਕਾਮੀ ਦੀ, ਕ੍ਰੋਧੀ ਦੀ, ਇਹਨਾਂ ਦੀ ਸੰਗਤ ਨਾ ਕਰੋ। ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਸੁਖ ਦੁਖ ਦੋਨੋਂ ਸਮ ਕਰ ਜਾਣੈ। ਕਹਿੰਦੇ ਸੁੱਖ ਨੂੰ ਤੇ ਦੁੱਖ ਨੂੰ ਦੋਨਾਂ ਨੂੰ ਸਮਾਨ ਬਿਰਤੀ ਦੁਆਰਾ ਸਮਝਣਾ। ਬੜੀਆਂ ਉੱਚੀ ਅਵਸਥਾ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਹਨ। ਸੁੱਖ, ਜੇ ਸਾਨੂੰ ਸੁੱਖ ਮਿਲਿਆ ਹੈ ਤਾਂ ਸਮਝਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਬਖਸ਼ਿਸ਼ ਕੀਤੀ ਹੈ। ਇਹ ਸਾਡੇ ਕੋਈ ਚੰਗੇ ਕਰਮਾਂ ਦਾ ਫਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੇ ਜੇ ਦੁੱਖ ਮਿਲਿਆ ਹੈ ਤਾਂ ਫਿਰ ਇਹ ਸਮਝਣਾ ਕਿ ਦੁੱਖ ਮਿਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਰਹੇ। ਸਾਡੇ ਮਾੜੇ ਜਿਹੜੇ ਕਰਮ ਨੇ ਉਹਨਾਂ ਦਾ ਦੁੱਖ ਸਾਨੂੰ ਭੁਗਤਾ ਰਹੇ ਹੈ ਕਿ ਸਾਡੇ ਜਿਹੜੇ ਮਾੜੇ ਕਰਮ ਖਤਮ ਹੋ ਜਾਣ ਤੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋ ਜਾਈਏ। ਸੋ ਦੁੱਖ ਦੇ ਵਿੱਚ ਅਰਦਾਸ ਕਰਨੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ, ਆਪ ਜੀ ਕਿਰਪਾ ਕਰਨ ਵਾਲੇ, ਆਪ ਜੀ ਰੱਖਣ ਵਾਲੇ ਜੇ। ਤੇ ਸੁੱਖ ਦੇ ਵਿੱਚ ਸ਼ੁਕਰਾਨਾ ਕਰਨਾ ਉਸ ਪਰਮੇਸ਼ਰ ਦਾ, ਵਾਹਿਗੁਰੂ ਜੀ ਦਾ। ਮਹਾਰਾਜ ਕਹਿੰਦੇ ਦੋਨੋਂ ਸਮ ਕਰ ਜਾਣਾ। ਸਮ ਭਾਵ ਕਿ ਸਮਾਨ ਹੀ ਬਿਰਤੀ ਰੱਖਣੀ। ਦੁੱਖ ਦੇ ਵਿੱਚ ਦੁੱਖ ਨਹੀਂ ਮਨਾਉਣਾ ਤੇ ਸੁੱਖ ਦੇ ਵਿੱਚ ਬਾਹਲੇ ਸੁਖੀ ਨਹੀਂ ਹੋਣਾ। ਇੱਕ ਸਮਾਨ ਬਿਰਤੀ ਰੱਖ ਕਰਕੇ ਦੋਨੋਂ ਸਮ ਕਰ ਜਾਣਨਾ ਕਰੇ। ਔਰ ਮਾਨ ਅਪਮਾਨਾ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਸੇ ਤਰ੍ਹਾਂ ਦੇ ਨਾਲ, ਜਿਸ ਤਰ੍ਹਾਂ ਆਪਾਂ ਪਹਿਲਾਂ ਉਦਾਹਰਨ ਵੇਖੀ ਹੈ ਕਿ ਜਦੋਂ ਮਨੁੱਖ ਚੜ੍ਹਦਾ ਹੈ, ਜਾਣਾ ਚਾਹੁੰਦਾ ਹੈ ਹੇਮਕੁੰਟ ਸਾਹਿਬ ਜੀ ਦੇ ਸਰੋਵਰ ਵੱਲ ਨੂੰ, ਫਿਰ ਉੱਚਾ ਉੱਠਦਾ ਹੈ। ਉੱਚੀਆਂ ਉਡਾਰੀਆਂ ਤਾਂ ਹੀ ਲਾ ਸਕਦਾ ਹੈ, ਪਹਾੜੀਆਂ ਤਾਂ ਹੀ ਚੜ੍ਹ ਸਕਦਾ ਜੇ ਸਮਾਨ ਨਾ ਬਾਹਲਾ ਕੋਲ ਹੋਵੇ। ਤੇ ਮਹਾਰਾਜ ਕਿਰਪਾ ਕਰਦੇ, ਕਹਿੰਦੇ ਭਾਈ ਮਾਨ ਤੇ ਅਪਮਾਨ। ਸੋ ਇਹ ਸਾਧ ਸੰਗਤ ਜੀ ਕਿਸ ਤਰ੍ਹਾਂ ਹੁੰਦਾ ਮਾਨ ਤੇ ਅਪਮਾਨ। ਮਾਨ ਜਦੋਂ ਪਾਉਂਦਾ ਹੈ, ਕਿਸੇ ਮਨੁੱਖ ਨੂੰ ਮਾਨ ਪ੍ਰਾਪਤ ਹੁੰਦਾ ਹੈ, ਉਹ ਬੜਾ ਫੁੱਲਦਾ ਹੈ। ਤੇ ਜਦੋਂ ਅਪਮਾਨ ਹੁੰਦਾ ਉਹ ਸੁੰਗੜ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਭਾਈ ਮਾਨ ਨੂੰ ਤੇ ਅਪਮਾਨ ਨੂੰ ਇੱਕੇ ਹੀ ਸਮਾਨ ਸਮਝਣਾ। ਇੱਕੇ ਹੀ ਸਮਾਨ ਇਹਨੂੰ ਸਮਝੇਗਾ, ਤੇਰੀ ਬਿਰਤੀ ਸਮ ਹੋਏਗੀ। ਪਰ ਇਹ ਸਾਧ ਸੰਗਤ ਜੀ ਇਹਦਾ ਅਭਿਆਸ ਕਰਨਾ ਪਏਗਾ। ਇਹਦਾ ਅਭਿਆਸ ਕਰਨਾ ਪੈਂਦਾ, ਇੱਕ ਇੱਕ ਪੰਕਤੀ ਦਾ ਅਭਿਆਸ ਕਰਨਾ ਪੈਂਦਾ। ਫਿਰ ਬਿਰਤੀ ਹੌਲੀ 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 ਕਰਦਿਆਂ ਉਸ ਚੀਜ਼ ਨੂੰ ਪਕਾ ਲੈਂਦੀ। ਇਹਨੂੰ ਕਹਿੰਦੇ ਗੁਰਬਾਣੀ ਦੇ ਸ਼ਬਦਾਂ ਨੂੰ ਕਮਾਈ ਕਰਨੀ। ਜਿਸ ਤਰ੍ਹਾਂ ਸਤਿਗੁਰੂ ਜੀ ਦੇ ਬਚਨ ਹਨ
ਕਿ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗੋ। ਹੁਣ ਵੇਖ ਲੈਣਾ ਕਿ ਸਾਡੇ ਆਲੇ ਦੁਆਲੇ ਕਿਹੜੇ ਮਨੁੱਖਾਂ ਦੀ ਅਸੀਂ ਸੰਗਤ ਕਰਦੇ ਹਾਂ, ਜਿਹੜੇ ਕ੍ਰੋਧੀ ਹਨ, ਜਿਹੜੇ ਕਾਮੀ ਹਨ, ਜਿਹੜੇ ਮਾੜੇ ਪੁਰਸ਼ ਨੇ, ਉਹਨਾਂ ਦੀ ਸੰਗਤ ਮੈਂ ਕਿਹੜੇ ਕਿਹੜੇ ਦੀ ਕਰਦਾ ਹਾਂ। ਆਪਣੇ ਮਨ ਦੇ ਵਿੱਚ ਇਹਦੀ ਵਿਚਾਰ ਕਰਨੀ, ਵਿਚਾਰ ਕਰਕੇ ਵੇਖਣਾ ਕਿਵੇਂ ਮੈਂ ਉਹਨਾਂ ਤੋਂ ਦੂਰੀ ਬਣਾਉਣੀ ਹੈ, ਕਿਵੇਂ ਸਤਿਗੁਰੂ ਜੀ ਦੇ ਬਚਨ ਕਮਾਉਣੇ। ਇਹਨੂੰ ਕਹਿੰਦੇ ਸਤਿਗੁਰ ਬਚਨ ਕਮਾਵਣੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਇਸ ਤਰ੍ਹਾਂ ਦੇ ਨਾਲ ਇੱਕ ਪੰਕਤੀ ਤੇ 6 ਮਹੀਨੇ ਕਮਾਈ ਕੀਤੀ, ਹੋ ਸਕਦਾ 2 ਮਹੀਨਿਆਂ 'ਚ ਸਿੱਧ ਹੋ ਜਾਵੇ, ਹੋ ਸਕਦਾ 6 ਮਹੀਨੇ ਲੱਗ ਜਾਣ, ਹੋ ਸਕਦਾ ਸਾਲ ਲੱਗ ਜਾਵੇ। ਉਸ ਬਚਨ ਦੀ ਕਮਾਈ ਕਰਕੇ ਫਿਰ ਅੱਗੇ ਵਧਣਾ, ਫਿਰ ਦੂਸਰੀ ਪੰਕਤੀ ਨੂੰ ਫੜਨਾ ਹੈ। ਇਹ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਇਹ ਕੋਰਸ ਵਾਂਗੂ ਵੀ ਇਹ ਚੀਜ਼ਾਂ ਸ਼ੁਰੂ ਕਰਾਂਗੇ ਕਿ ਕਿਵੇਂ ਕਿਵੇਂ ਪਹਿਲੀ ਪੌੜੀ ਸਾਡੀ ਕੀ ਹੈ, ਕੀ ਛੱਡਣਾ ਪਏਗਾ, ਦੂਸਰੀ ਪੌੜੀ ਕਿਵੇਂ ਹੈ, ਕਿਵੇਂ ਪਹੁੰਚਾਂਗੇ, ਸਾਡੀ ਮਨ ਦੀ ਅਵਸਥਾ ਕੀ ਬਣੇਗੀ। ਇਹ ਗੁਰੂ ਅਮਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੀਵਨ ਦੇ ਵਿੱਚ ਬੜਾ ਵਿਸਥਾਰ ਨਾਲ ਜ਼ਿਕਰ ਆਉਂਦਾ ਇਹਨਾਂ ਚੀਜ਼ਾਂ ਦਾ ਕਿ ਪਹਿਲੇ ਸਾਲ ਮਹਾਰਾਜ ਦੀ ਕੀ ਅਵਸਥਾ ਬਣੀ, 12 ਸਾਲਾਂ ਦੇ ਵਿੱਚ ਕਿਵੇਂ ਕਿਵੇਂ ਅਵਸਥਾ ਸਤਿਗੁਰੂ ਜੀ ਦੀ ਬਣਦੀ ਰਹੀ, ਉਹ ਵੀ ਆਪਾਂ ਸਮੇਂ-ਸਮੇਂ ਅਨੁਸਾਰ ਦਰਸ਼ਨ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਔਰ ਮਾਨ ਅਪਮਾਨਾਂ ਭਾਈ, ਜਿੱਥੇ ਤੂੰ ਸੁੱਖ ਨੂੰ ਤੇ ਦੁੱਖ ਨੂੰ ਸਮਾਨ ਬਿਰਤੀ ਕਰਕੇ ਜਾਣਨਾ, ਉੱਥੇ ਮਾਨ ਤੇ ਅਪਮਾਨ ਵੀ ਕੋਈ ਕਰ ਦਵੇ ਤਾਂ ਉਹਨੂੰ ਵੀ ਸਮਾਨ ਕਰਕੇ ਜਾਣਨਾ ਹੈ। ਹਰਖ ਸੋਗ ਤੇ ਰਹਿ ਅਤੀਤਾ। ਮਹਾਰਾਜ ਕਿਰਪਾ ਕਰਦੇ ਹਨ ਭਾਈ। ਹਰਖ ਨਾਮ ਹੁੰਦਾ ਹੈ ਖੁਸ਼ੀ ਦਾ, ਤੇ ਸੋਗ ਨਾਮ ਹੁੰਦਾ ਹੈ ਸੋਗ ਦਾ। ਕਿ ਭਾਵ ਕਿ ਜਦੋਂ ਕੋਈ ਇਹਨੂੰ ਚੀਜ਼ ਪ੍ਰਾਪਤ ਹੁੰਦੀ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਮਹਾਰਾਜ ਕਹਿੰਦੇ ਜਦੋਂ ਕੋਈ ਚੀਜ਼ ਇਹਨੂੰ ਪ੍ਰਾਪਤੀ ਹੁੰਦੀ ਹੈ ਨਾ, ਉਦੋਂ ਫਿਰ ਇਹ ਖੁਸ਼ੀ ਕਰਦਾ। ਜਦੋਂ ਇਹਦੇ ਕੋਲੋਂ ਚਲੀ ਜਾਂਦੀ ਹੈ ਤਾਂ ਉਦੋਂ ਇਹ ਸੋਗ ਕਰਦਾ ਹੈ ਫਿਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਹਨ ਭਾਈ, ਤੇਰੇ ਕੋਲ ਕੋਈ ਪ੍ਰਾਪਤੀ ਹੁੰਦੀ ਹੈ ਨਾ, ਤੈਨੂੰ ਕੋਈ ਇਹ ਨਾ ਸਮਝਿਆ ਕਰ ਵੀ ਹਾਂ ਮੈਂ ਆਹ ਕੰਮ ਕੀਤਾ ਸੀ, ਮੈਂ ਆਹ ਸਮੇਂ ਸਿਰ ਪਲਾਟ ਲੈ ਲਿਆ ਸੀ ਨਾ ਤਾਂ ਕਰਕੇ ਮੈਨੂੰ ਬਹੁਤੀ ਮਾਇਆ ਆ ਗਈ ਹੈ, ਮੈਂ ਆਹ ਟਰੱਕ ਪਾ ਲਏ ਸੀ ਨਾ ਤਾਂ ਕਰਕੇ ਫਿਰ ਟਰੱਕ ਜਦੋਂ ਜਾਂਦੇ ਨੇ ਫਿਰ ਉਦੋਂ ਰੋਂਦਾ ਵੀ ਹੈ। ਤੇ ਜੇ ਇਹ ਬਿਰਤੀ ਰੱਖਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਆਪ ਜੀ ਦੀ ਸਿੱਖੀ ਦੀ ਦਾਤ ਵੱਡੀ ਹੈ, ਉਹਦੇ ਨਾਲ ਆਪ ਜੀ ਗਰੀਬ ਨੂੰ ਮੈਨੂੰ ਕਿਰਪਾ ਕਰਕੇ ਦੇਈ ਜਾਂਦੇ ਜੇ। ਮੇਰੇ ਕੋਲ ਤਾਂ ਇੰਨੀ ਸਮਰੱਥਾ ਹੀ ਨਹੀਂ ਸੀ, ਮੇਰੀ ਤਾਂ ਇੰਨੀ ਬੁੱਧੀ ਨਹੀਂ ਸੀ, ਮੇਰੇ ਕੋਲ ਤਾਂ ਇੰਨਾ ਕੋਈ ਬਲ ਹੀ ਨਹੀਂ ਸੀ ਕਿ ਮੈਂ ਇਹਨਾਂ ਪ੍ਰਾਪਤ ਕਰ ਲੈਂਦਾ। ਇਹ ਤਾਂ ਆਪ ਜੀ ਦੀ ਬਖਸ਼ਿਸ਼ ਹੈ, ਇਹ ਤਾਂ ਆਪ ਜੀ ਕਿਰਪਾ ਕਰਕੇ ਨਿਮਾਣੇ ਨੂੰ ਮਾਣ ਬਖਸ਼ਿਸ਼ ਕਰੀ ਜਾਂਦੇ ਜੇ। ਤੇ ਜੇ ਚਲੇ ਗਈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਚੰਗਾ ਹੋਇਆ ਹੈ। ਤੇ ਕਿਉਂਕਿ ਇੱਕ ਵਾਰੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਫੈਕਟਰੀ ਲਾਈ ਸੀ ਸਾਧ ਸੰਗਤ ਜੀ, ਇੱਕ ਘਾਹ ਤੋਂ ਤੇਲ ਬਣਾਉਣ ਦੀ, ਕੋਈ ਐਸਾ ਉਹਨਾਂ ਨੇ ਕੰਮ ਕੋਈ ਖੋਜ ਕੀਤੀ ਸੀ। ਉਹ ਲਾਗੇ ਇੱਕ ਵਾਰੀ ਬਹੁਤ ਭਾਰੀ ਹੜ੍ਹ ਆਇਆ, ਉਹ ਸਾਰੀ ਫੈਕਟਰੀ ਉਹਨਾਂ ਦੀ ਸਾਰੀ ਜਿਹੜੀ ਰੋੜ ਕੇ ਲੈ ਗਏ। ਕਹਿੰਦੇ ਬਹੁਤ ਖੁਸ਼ੀ ਹੋਈ ਉਹਨਾਂ ਨੂੰ, ਕਹਿਣ ਲੱਗੇ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਕਹਿੰਦੇ ਚੰਗਾ ਹੀ ਹੋ ਗਿਆ, ਇਹ ਤਾਂ ਨਹੀਂ ਤੇ ਹੋਰ ਹੀ ਮੈਂ ਤਾਂ ਕਿਸੇ ਕੰਮ 'ਚ ਪੈ ਜਾਣਾ ਸੀ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਹਨ ਭਾਈ। ਹਰਖ ਨਹੀਂ ਕਰਨਾ, ਜੇ ਕੋਈ ਤੈਨੂੰ ਕੋਈ ਚੀਜ਼ ਪ੍ਰਾਪਤ ਹੋਈ ਹੈ ਸ਼ੁਕਰਾਨਾ ਕਰਨਾ ਵਾਹਿਗੁਰੂ ਦਾ। ਸੱਚੇ ਪਾਤਸ਼ਾਹ ਜੀ ਮੈਂ ਨਹੀਂ ਸੀ ਇੰਨੇ ਜੋਗਾ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਮੈਨੂੰ ਇਹ ਬਖਸ਼ਿਸ਼ ਕੀਤੀ ਹੈ। ਹਰਖ ਤੇ ਸੋਗ ਕਾਹਦਾ ਕਰਨਾ ਹੈ? ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤਾਂ ਇਸ ਸੰਸਾਰ ਤੇ ਨੰਗਾ ਹੀ ਆਇਆ ਸੀ, ਕੁਝ ਵੀ ਨਹੀਂ ਸੀ ਲੈ ਕੇ ਆਇਆ। ਆਪ ਜੀ ਨੇ ਇੱਥੇ ਹੀ ਬਖਸ਼ਿਸ਼ ਕੀਤੀ, ਇੱਥੋਂ ਹੀ ਲਈ ਤੇ ਇੱਥੇ ਹੀ ਚਲੇਗੀ, ਉਹਦਾ ਸੋਗ ਕਾਹਦਾ ਹੈ? ਸੋ ਇਹਦਾ ਵੀ ਸਾਧ ਸੰਗਤ ਜੀ ਜਦੋਂ ਅਸੀਂ ਅਭਿਆਸ ਕਰਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੰਗਤ ਕਰਾਂਗੇ, ਗੁਰਮੁਖ ਪਿਆਰਿਆਂ ਦੀ ਸੰਗਤ ਕਰਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਪਦੇਸ਼ ਨੂੰ ਵਾਰ-ਵਾਰ ਦ੍ਰਿੜ ਕਰਾਂਗੇ ਤਾਂ ਫਿਰ ਇੱਕ ਸਮਾਂ ਆਏਗਾ ਸਾਡੀ ਇਹ ਵੀ ਬਿਰਤੀ ਬਣ ਜਾਏਗੀ।
ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਨੇ। ਹਰ ਇੱਕ ਸੋਗ ਤੇ ਰਹਿ ਅਤੀਤਾ, ਅਤੀਤ ਰਵੇ ਨਿਰਲੇਪ ਰਵੇ, ਇਹਨਾਂ ਤੋਂ ਕੀ ਹੋਏਗਾ ਫਿਰ? ਤਿੰਨ ਜਗ ਤਤ ਪਛਾਨਾ, ਫਿਰ ਉਹ ਜਗ ਦੇ ਵਿੱਚ ਆਣ ਕਰਕੇ ਤਤ ਰੂਪ ਦੀ ਪਹਿਚਾਣ ਕਰ ਲਏਗਾ। ਪਰਮੇਸ਼ਰ ਦੇ ਸਤ ਸਰੂਪ ਦੀ ਉਹਨੂੰ ਪ੍ਰਾਪਤੀ ਹੋ ਜਾਏਗੀ, ਉਹਨੂੰ ਪਹਿਚਾਣ ਆ ਜਾਏਗੀ। ਉਸਤਤ ਨਿੰਦਾ ਦੋ ਤਿਆਗੈ, ਸੋ ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਕਿਰਪਾ ਕਰਦੇ ਹਨ। ਉਸਤਤ ਤੇ ਨਿੰਦਾ, ਨਿੰਦਾ ਬਾਰੇ ਤਾਂ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਕਿ ਮਹਾਰਾਜ ਦੇ ਬਚਨ ਨੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਨ ਨਿੰਦਕਾ, ਨਰਕੇ ਘੋਰ ਪਵਨ। ਕਿ ਨਿੰਦਾ ਜਿਹੜੀ ਹੈ ਕਿਸੇ ਦੀ ਵੀ ਚੰਗੀ ਨਹੀਂ, ਕਿਸੇ ਦੀ ਵੀ ਨਿੰਦਿਆ ਕਰਨੀ ਚੰਗੀ ਭਲੀ ਬਾਤ ਨਹੀਂ। ਪਰ ਸਾਧ ਸੰਗੀ ਉਸਤਤ ਬਾਰੇ ਅਸੀਂ ਘੱਟ ਹੀ ਸੋਚਿਆ ਕਰੀ, ਕਿਉਂਕਿ ਸਾਧ ਸੰਗਤ ਜੀ ਜਿੰਨੀ ਨਿੰਦਿਆ ਮਾੜੀ ਉਹਨੀ ਉਸਤਤ ਵੀ ਮਾੜੀ ਹੈ। ਇੱਕ ਤਾਂ ਹੈ, ਦੋ ਤਰ੍ਹਾਂ ਨਾਲ ਇਹਦੇ ਅਰਥ ਕੀਤੇ ਜਾਂਦੇ। ਇੱਕ ਤਾਂ ਹੈ ਕਿ ਉਸਤਤ ਆਪਣੀ ਸੁਣਨ ਦਾ ਬੰਦਾ ਚਾਹਵਾਨ ਹੁੰਦਾ ਹੈ ਤੇ ਅਗਲੇ ਦੀ ਨਿੰਦਿਆ ਕਰਨ ਦਾ ਚਾਹਵਾਨ ਹੁੰਦਾ ਹੈ। ਦੂਸਰੇ ਦੀ ਨਿੰਦਿਆ ਕਰਨੀ, ਆਪਣੀ ਉਸਤਤ ਸੁਣਨੀ। ਤੋ ਦੂਸਰੀ ਸਾਧ ਸੰਗਤ ਦੀ ਹੈ ਕਿ ਕਿਸੇ ਦੀ ਨਿੰਦਿਆ ਕਰਨੀ ਤੇ ਕਿਸੇ ਦੀ ਬਿਨਾਂ ਵਜ੍ਹਾ ਹੀ ਉਸਤਤ ਕਰੀ ਜਾਣੀ। ਇਹਨੂੰ ਕਹਿੰਦੇ ਰਾਗ ਤੇ ਦਵੈਕ। ਰਾਗ ਭਾਵ ਕਿ ਕਿਸੇ ਨਾਲ ਅਟੈਚਮੈਂਟ ਹੈ ਤੇ ਕਿਸੇ ਨਾਲ ਈਰਖਾ ਹੈ। ਜਿਹਦੇ ਨਾਲ ਤਾਂ ਅਟੈਚਮੈਂਟ ਹੈ ਉਹਦੀ ਬਿਨਾਂ ਵਜ੍ਹਾ ਹੀ ਉਸਤਤ ਕਰੀ ਜਾਣੀ, ਤੇ ਜਿਹਦੇ ਨਾਲ ਦਵੈਕ ਭਾਵ ਹੈ ਉਹ ਭਾਵੇਂ ਚੰਗਾ ਵੀ ਹੈ ਉਹਦੀ ਨਿੰਦਿਆ ਕਰੀ ਜਾਣੀ। ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ, ਭਾਈ ਨਿੰਦਿਆ ਵੀ ਨਹੀਂ ਕਰਨੀ, ਬਿਨਾਂ ਵਜ੍ਹਾ ਉਸਤਤ ਵੀ ਨਹੀਂ ਕਰਨੀ ਕਿਸੇ ਦੀ। ਤੇ ਨਾ ਆਪਣੀ ਨਿੰਦਿਆ ਸੁਣ ਕੇ ਔਖੇ ਹੋਣਾ ਤੇ ਨਾ ਆਪਣੀ ਉਸਤਤ ਸੁਣ ਕੇ ਫੁੱਲਣਾ ਹੈ। ਸੋ ਇਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਭਾਈ ਇਹਨਾਂ ਦੋਨਾਂ ਤੋਂ, ਨਿੰਦਿਆ ਤੋਂ ਤੇ ਉਸਤਤ ਤੋਂ, ਉਸਤਤ ਨਿੰਦਾ ਦੋ ਤਿਆਗੈ, ਨਿੰਦਿਆ ਨੂੰ ਵੀ ਛੱਡ ਦੇਵੇ ਤੇ ਉਸਤਤ ਨੂੰ ਵੀ ਛੱਡ ਦੇਵੇ। ਨਾ ਕਿਸੇ ਦੀ ਉਸਤਤ ਬਿਨਾਂ ਵਜ੍ਹਾ ਸੁਣੇ ਕੰਨਾਂ ਨਾਲ, ਨਾ ਕਿਸੇ ਦੀ ਬਿਨਾਂ ਵਜ੍ਹਾ ਨਿੰਦਿਆ ਸੁਣੇ, ਨਾ ਬਿਨਾਂ ਵਜ੍ਹਾ ਕਿਸੇ ਦੀ ਉਸਤਤ ਕਰੇ ਤੇ ਨਾ ਕਿਸੇ ਦੀ ਨਿੰਦਿਆ ਕਰੇ। ਨਿੰਦਿਆ ਕਰਨੀ ਆਪਣੀ ਕਰਨੀ, ਉਸਤਤ ਕਰਨੀ ਵਾਹਿਗੁਰੂ ਜੀ ਦੀ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਰਨੀ ਹੈ। ਤਾਂ ਉਸਤਤ ਨਿੰਦਾ ਦੋ ਤਿਆਗੈ, ਦੋਨਾਂ ਨੂੰ ਜਿਹੜਾ ਨਿੰਦਿਆ ਨੂੰ ਤੇ ਉਸਤਤ ਨੂੰ ਤਿਆਗ ਦਿੰਦਾ ਹੈ, ਖੋਜੈ ਪਦ ਨਿਰਬਾਨਾ, ਉਹਨੂੰ ਨਿਰਬਾਨ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਸੰਗਤ ਜੀ ਸਤਿਗੁਰੂ ਜੀ ਦੇ ਬਚਨ ਬਹੁਤ ਬਰੀਕ ਨੇ। ਸਤਿਗੁਰੂ ਜੀ ਕਹਿੰਦੇ ਦੋਵਾਂ ਵਿਵਸਥਾ ਤੇ ਜੋ ਮੁਕਤਾ, ਜਿਸ ਗ੍ਰਹਿ ਥੋੜੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਬਹੁਤੀ ਸੋ ਫਿਰੈ ਪ੍ਰਮੰਤਾ। ਦੋਵਾਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਲ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖੀ ਜਿਹੜੀ ਸਾਧ ਸੰਗਤ ਜੀ ਬਹੁਤ ਬਰੀਕ ਹੈ, ਨਾ ਤਾਂ ਉਧਰ ਨੂੰ ਡਿੱਗਣਾ ਤੇ ਨਾ ਉਧਰ ਨੂੰ। ਇੱਕ ਬੰਨੇ ਮਹਾਰਾਜ ਸਾਹਿਬ ਦੇ ਬਚਨ ਨੇ, ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ, ਵੀ ਉੱਠ ਕਰਕੇ ਅੰਮ੍ਰਿਤ ਵੇਲੇ ਇਸ਼ਨਾਨ ਕਰੇ ਤੇ ਸੋਏ ਹਰ ਆਰਾਧੇ, ਸੌਂਦਿਆਂ ਹੋਇਆਂ ਮੈਂ ਪਰਮੇਸ਼ਰ ਨੂੰ ਆਰਾਧੇ, ਵੀ ਇਸ਼ਨਾਨ ਅੰਮ੍ਰਿਤ ਵੇਲੇ ਕਰੇ। ਇੱਕ ਪਾਸੇ ਮਹਾਰਾਜ ਦੇ ਬਚਨ ਨੇ, ਜਲ ਕੇ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਜੋਨੀ ਆਵੈ। ਇੱਕ ਬੰਨੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਭਾਈ ਇਸ਼ਨਾਨ ਕਰੋ, ਦੂਸਰੇ ਬੰਨੇ ਕਹਿੰਦੇ ਨੇ ਭਾਈ ਜੇ ਤੁਸੀਂ ਇਸ਼ਨਾਨ ਨਾਲ ਪ੍ਰਾਪਤੀ ਚਾਹੁੰਦੇ ਫਿਰ ਡੱਡੂ ਨੂੰ ਪ੍ਰਾਪਤੀ ਹੋਣੀ ਚਾਹੀਦੀ, ਮੁਕਤੀ ਉਹਦੀ ਹੋ ਜਾਣੀ ਚਾਹੀਦੀ, ਉਹ ਤਾਂ ਰੋਜ਼ ਹੀ ਨਹਾਉਂਦਾ ਹੈ। ਸਤਿਗੁਰੂ ਜੀ ਦੇ ਬਚਨ ਸਾਧ ਸੰਗਤ ਜੀ ਬਰੀਕੀ 'ਚ ਨੇ ਬਹੁਤ, ਕਿ ਇਕੱਲੇ ਨਹਾਉਣ ਨਾਲ ਨਹੀਂ ਕੰਮ ਚੱਲਣਾ, ਕਿ ਇਕੱਲਾ ਨਹਾਉਣ ਦੇ ਨਾਲ ਹੀ 68 ਤੀਰਥਾਂ ਦੇ ਇਸ਼ਨਾਨ ਕਰਨ ਨਾਲ ਹੀ ਕੁਝ ਹੋ ਜਾਏਗਾ। ਤੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਬਹੁਤ ਬਰੀਕੀ ਦੀ ਸਾਨੂੰ ਬਖਸ਼ਿਸ਼ ਕਰ ਰਿਹਾ ਹੈ ਕਿ ਭਾਈ ਉਸਤਤ ਨੂੰ ਵੀ ਛੱਡ ਦੇਵੇ, ਨਿੰਦਿਆ ਨੂੰ ਵੀ ਛੱਡ ਦੇਵੇ, ਦੋਨਾਂ ਦਾ ਤਿਆਗ ਕਰਕੇ ਨਿਰਵਾਣ ਪਦ ਦੀ ਪ੍ਰਾਪਤੀ ਉਹਨੂੰ ਹੋਏਗੀ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਐਂਡ ਤੇ ਸਾਨੂੰ ਦੱਸ ਵੀ ਦਿੱਤਾ, ਕਹਿੰਦੇ ਭਾਈ ਇਹ ਹੈਗਾ ਕੰਮ ਕਠਿਨ ਹੈ, ਇੰਨਾ ਇਹ ਸੌਖਾ ਕੰਮ ਨਹੀਂ ਕਿ ਇਹ ਚੀਜ਼ਾਂ ਛੁੱਟ ਜਾਣਗੀਆਂ। ਇਹ ਜਿਹੜੀ ਮਾੜੇ ਬੰਦੇ ਦੀ ਸੰਗਤ ਛੁੱਟ ਜਾਏਗੀ, ਕਾਮ ਕ੍ਰੋਧ ਛੁੱਟ ਜਾਏਗਾ,
ਜਾਂ ਸੁੱਖ ਨੂੰ ਤੇ ਦੁੱਖ ਨੂੰ ਅਸੀਂ ਸਮਾਨ ਬਿਰਤੀ ਬਣਾ ਲਵਾਂਗੇ, ਜਾਂ ਮਾਨ ਤੇ ਅਪਮਾਨ ਨੂੰ ਅਸੀਂ ਹਰ ਇੱਕ ਸੋਗ ਨੂੰ ਇਸੇ ਤਰ੍ਹਾਂ ਦੇ ਨਾਲ ਉਸਤਤ ਨਿੰਦਾ ਨੂੰ ਸਮਾਨ ਜਾਣਾਂਗੇ, ਇਹ ਕੰਮ ਸੌਖਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੁ ਗੁਰਮੁਖ ਜਾਨਾ, ਪਰ ਗੁਰ ਮੁਖ ਖੱਖੇ ਨੂੰ ਸਿਹਾਰੀ। ਭਾਵ ਕਿ ਗੁਰੂ ਦੇ ਮੁਖੀ ਗੁਰੂ ਦੁਆਰਾ ਕਿਸੇ ਕਿਸੇ ਨੇ ਇਹ ਚੀਜ਼ ਨੂੰ ਜਾਣਿਆ ਹੈ। ਜਨ ਨਾਨਕ ਇਹੋ ਖੇਲ ਕਠਨ ਹੈ, ਇਹ ਖੇਲ ਤਾਂ ਹੈਗਾ ਕਠਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਹੋ ਜਾਵੇ ਤਾਂ ਇਹ ਸੁਖਾਲਾ ਹੀ ਹੋ ਜਾਂਦਾ ਹੈ। ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ, ਵਿੱਚ ਹੋਵੇ ਮੁਕਤ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰ ਦੇਣ ਤਾਂ ਬਹੁਤ ਸੌਖੇ ਸੁਖਾਲੇ ਤਰੀਕੇ ਨਾਲ ਇਹ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਸਾਧ ਸੰਗਤ ਜੀ ਪਾਵਨ ਪਵਿੱਤਰ ਬਚਨ ਆਪਾਂ ਹਿਰਦੇ ਅੰਦਰ ਵਸਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਮਾਈ ਕਰਾਂਗੇ। ਸਾਡੇ ਤੇ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਕਿ ਸਤਿਗੁਰੂ ਜੀ ਬੇਨਤੀ ਕਰੀਏ ਕਿ ਮਹਾਰਾਜ ਅਸੀਂ ਨਹੀਂ ਇੰਨੀ ਜੋਗੇ, ਆਪ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਦੀ ਦਾਤ ਦਿੱਤੀ ਹੈ, ਸੰਗਤ ਬਖਸ਼ਿਸ਼ ਕੀਤੀ ਹੈ, ਤਾਂ ਹੁਣ ਆਪ ਜੀ ਕਿਰਪਾ ਕਰਕੇ ਅੱਗੇ ਦੀ ਵੀ ਪੜ੍ਹਾਈ ਕਰਾਓ, ਗੁਰਮੁਖਾਂ ਦੀ ਸੰਗਤ ਬਖਸ਼ੋ, ਸੰਗਤ ਦੀ ਸੇਵਾ ਬਖਸ਼ੋ। ਆਪ ਜੀ ਕਿਰਪਾ ਕਰਕੇ ਸਾਨੂੰ ਸਾਡਾ ਪਾਰ ਉਤਾਰਾ ਆਪ ਜੀ ਕਿਰਪਾ ਕਰਕੇ ਕਰੋ। ਸੋ ਹੁਣ ਦੋ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਅਗਾਧ ਬੋਧ ਬਾਣੀ ਹੈ, ਇਹਦਾ ਤਾਂ ਅਸੀਂ ਉਚਾਰਨ ਹੀ ਸ਼ੁੱਧ ਕਰ ਲਈਏ ਤੇ ਬਹੁਤ ਵੱਡੀ ਗੱਲ ਹੈ। ਉਚਾਰਨ ਵੀ ਕੋਈ ਸ਼ੁੱਧ ਨਹੀਂ ਕਰ ਸਕਦਾ, ਤੇ ਇਹਦੀ ਵਿਚਾਰ ਕਰਨੀ ਤਾਂ ਬਹੁਤ, ਕਹਿ ਲਓ ਕਿ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਕਿਆ ਕਰਦੇ ਸਨ, ਭਾਈ ਜਿਹੜੀ ਮੱਛੀ ਹੈ ਨਾ, ਮੱਛੀ ਜੇ ਉਹ ਚਾਹਵੇ ਵੀ ਬਹੁਤ ਦੂਰ ਦੂਰ ਤੱਕ ਤਾਰੀਆਂ ਲਾ ਕਰਕੇ ਸਮੁੰਦਰ ਦਾ ਕੋਈ ਅੰਤ ਲੈ ਲਏਗੀ, ਅੰਤ ਨਹੀਂ ਉਹ ਲੈ ਸਕਦੀ। ਤੇ ਇਸੇ ਪ੍ਰਕਾਰ ਦੇ ਨਾਲ ਪੰਛੀ ਜਿਹੜਾ ਹੈ ਉਹ ਆਕਾਸ਼ ਦੇ ਵਿੱਚ ਜਿੰਨਾ ਜ਼ਿਆਦਾ ਦੂਰ ਤੱਕ ਉਡਾਰੀ ਮਾਰਦਾ ਉਹਨੂੰ ਬਹੁਤਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ। ਪਰ ਜੇ ਉਹ ਕਵੇ ਵੀ ਮੈਂ ਸ਼ਾਇਦ ਕੋਈ ਇਹਦਾ ਕੋਈ ਅੰਤ ਹੀ ਲੈ ਲਵਾਂਗਾ, ਅੰਤ ਨਹੀਂ ਲਿਆ ਜਾ ਸਕਦਾ। ਸੋ ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਦੀ ਤੁਸ਼ ਬੁੱਧੀ ਦੇ ਅਨੁਸਾਰ ਮਹਾਂਪੁਰਸ਼ਾਂ ਦੁਆਰਾ ਕੀਤੇ ਅਰਥਾਂ ਨੂੰ ਆਪਾਂ ਸਰਵਣ ਕੀਤਾ ਹੈ। ਇੱਥੇ ਤਾਂ ਇਹੋ ਹੀ ਗੱਲ ਹੈ ਕਿ ਜਿਸ ਤਰ੍ਹਾਂ ਬੱਚਾ ਸੋ ਕਲਾਸ ਦੇ ਵਿੱਚ ਇੱਕ ਸੁਣਾਉਂਦਾ, ਸਬਕ ਸੁਣਾਉਂਦਾ, ਇਹ ਸਾਧ ਸੰਗਤ ਕੋਲੋਂ ਹੀ ਆਪਾਂ ਇਹ ਚੀਜ਼ਾਂ ਪ੍ਰਾਪਤ ਕੀਤੀਆਂ। ਸਾਧ ਸੰਗਤ ਦੇ ਵਿੱਚ ਹੀ ਆਪਾਂ ਇਹ ਸਾਰੀਆਂ ਸਾਧ ਸੰਗਤ ਦੀ ਵਿਚਾਰਾਂ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਬੱਚੇ ਨੂੰ ਸੋ ਟੀਚਰ ਖੜਾ ਕਰਕੇ ਕਹਿ ਦਿੰਦਾ ਕਿ ਭਾਈ ਤੂੰ ਆਹ ਸਬਕ ਸੁਣਾ, ਇਹ ਤਾਂ ਸਬਕ ਹੀ ਸੁਣਾਇਆ ਜਾ ਰਿਹਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਾਡੇ ਹਿਰਦੇ ਅੰਦਰ ਗੁਰਬਾਣੀ ਵਸ ਜਾਵੇ, ਸਾਨੂੰ ਸਤਿਗੁਰੂ ਜੀ ਨਾਲ ਪ੍ਰੇਮ ਪਿਆਰ ਬਣ ਜਾਵੇ, ਸਤਿਗੁਰੂ ਜੀ ਸਾਡੀ ਆਪੇ ਹੀ ਨਿਭਾ ਲੈਣ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਸਰਬੱਤ ਸੰਗਤਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੁ ਗੁਰਮੁਖ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਚੁੱਤੇ ਬਾਰ ਬਨੋ ਬਨਾਸੀ ਅਗਨਾਸੀ।